ਹੈਲੋ ਗਾਇਸ, ਹੈਲੋ ਫਰੈਂਡਸ। ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਣ ਜਾ ਰਹੀ ਆ। ਕਿਉਂ? ਅੱਜ ਦੀ ਵੀਡੀਓ ਵਿੱਚ ਮੈਂ ਆਪਣਾ ਪੀਟੀ ਦਾ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਿਹਾ ਹਾਂ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਵਾ ਪੀਟੀ ਦੇ ਵਿੱਚ ਮੇਰੇ 70 ਪਲੱਸ ਜਿਹੜੇ ਸਕੋਰ ਆਏ ਸੀ। ਕਿਉਂਕਿ ਸਟਾਰਟਿੰਗ ਵਿੱਚ ਜਦੋਂ ਮੈਂ ਸ਼ੁਰੂ ਕੀਤੀ ਸੀ ਪੀਟੀ, ਮੇਰੇ ਸਕੋਰ ਤਕਰੀਬਨ ਰੀਡਿੰਗ ਦੇ ਵਿੱਚ ਮੇਰੇ 15-20 ਤੱਕ ਆਉਂਦੇ ਸੀ। ਬਾਕੀ ਮੋਡਿਊਲ ਵਿੱਚ ਵੀ ਕਿਸੇ ਵਿੱਚੋਂ 30 ਆ ਜਾਂਦੇ ਸੀ, 30, ਕਿਸੇ 'ਚੋਂ 40, ਇੰਨੇ ਸਕੋਰ ਆਉਂਦੇ ਸੀ। ਮੈਂ ਰੀਡਿੰਗ ਵਿੱਚ ਸਟਾਰਟਿੰਗ ਵਿੱਚ ਬਹੁਤ ਮਾਰ ਖਾਂਦਾ ਰਿਹਾ ਸਾਂ। ਮੇਰੇ 15 ਆ ਜਾਣੇ, 30 ਤੱਕ ਸਕੋਰ ਆਉਂਦੇ, ਇਸ ਤੋਂ ਵੱਧ ਵੱਧਦੇ ਨਹੀਂ ਸੀ ਜਦੋਂ ਮੈਂ ਕੋਚਿੰਗ ਸੈਂਟਰ ਜੁਆਇਨ ਕੀਤਾ ਸੀ। ਸੋ ਅੱਜ ਦੀ ਵੀਡੀਓ ਵਿੱਚ ਮੈਂ ਡਿਸਕਸ ਤੁਹਾਡੇ ਨਾਲ ਕਰਾਂਗਾ ਕਿ ਕਿਸ ਤਰ੍ਹਾਂ ਮੇਰਾ ਪੀਟੀ ਦਾ ਐਕਸਪੀਰੀਅੰਸ ਰਿਹਾ, ਕਿਸ ਤਰ੍ਹਾਂ ਜਿਹੜਾ ਹੈਗਾ ਮੇਰੇ ਜਿਹੜੇ ਸਕੋਰ ਇੰਪਰੂਵ ਹੋਏ, ਜਿਹੜੇ 70 ਪਲੱਸ ਮੇਰੇ ਸਕੋਰ ਆਏ ਕਿਸ ਤਰ੍ਹਾਂ ਆਏ। ਸੋ ਐਂਡ ਤੱਕ ਜ਼ਰੂਰ ਬਣੇ ਰਹਿਣਾ। ਸਟਾਰਟ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਆਪਾਂ ਗੱਲ ਸਟਾਰਟ ਕਰਦੇ ਹਾਂ ਇੱਥੋਂ ਕਿ ਸਟਾਰਟਿੰਗ ਟਾਈਮ ਫਾਰ ਪੀਟੀਈ ਪ੍ਰੈਪਰੇਸ਼ਨ, ਕਿ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਪੀਟੀਈ ਕਰਨ ਦੀ ਜਿਹੜਾ ਹੈਗਾ ਵਾ ਮੇਰੀ ਸਲਾਹ ਬਣੀ ਜਾਂ ਮੈਂ ਪੀਟੀ ਸਟਾਰਟ ਕੀਤੀ, ਉਦੋਂ ਤੋਂ ਸਭ ਤੋਂ ਪਹਿਲਾਂ ਮੈਂ ਕੀ ਕੀਤਾ, ਮੈਂ ਕੋਚਿੰਗ ਸੈਂਟਰ ਜੁਆਇਨ ਕੀਤਾ ਸੀ, ਇੱਕ ਆਈਲੈਟਸ ਸੈਂਟਰ ਜੋ ਪੀਟੀਈ ਵੀ ਕਰਾਉਂਦਾ ਸੀ। ਉਹ ਜੁਆਇਨ ਕੀਤਾ ਅਤੇ ਉੱਥੇ ਕੰਪਿਊਟਰ ਕੋਈ ਸਟੂਡੈਂਟ ਹੈ ਸੀ ਘੱਟ ਹੀ, ਅਤੇ ਉੱਥੇ ਕੋਈ ਕਿਸੇ ਤਰ੍ਹਾਂ ਦੀ ਮੈਂ ਉਦੋਂ ਸਟਾਰਟਿੰਗ ਦੇ ਵਿੱਚ ਕੋਈ ਤਰ੍ਹਾਂ ਦੀ ਕੋਈ ਵੀ ਬੁੱਕ ਯੂਜ਼ ਨਹੀਂ ਕੀਤੀ, ਕੋਈ ਬੁੱਕਸ ਯੂਜ਼ ਨਹੀਂ ਕੀਤੀ, ਕੋਈ ਵੀ ਐਪ ਨਹੀਂ ਉਦੋਂ ਸਟਾਰਟਿੰਗ ਵਿੱਚ ਯੂਜ਼ ਕੀਤੀ, ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ, ਮੈਨੂੰ ਪੀਟੀ ਬਾਰੇ ਇੰਨੀ ਨੌਲੇਜ ਹੈ ਹੀ ਨਹੀਂ ਸੀ ਕਿ ਹੈ ਕੀ ਚੀਜ਼ ਹੈ। ਬਸ ਇੰਨਾ ਹੀ ਕਿ ਚਲੋ ਆਈਲੈਟਸ 'ਤੇ ਹੁੰਦੀ ਹੈ ਇੱਕ ਪੀਟੀ ਵੀ ਜਿਹੜੀ ਹੈਗੀ, ਉਹ ਵੀ ਜਿਹੜੀ ਆ ਅਸੈਪਟ ਕੀਤੀ ਜਾਂਦੀ ਕਿਸੇ ਵੀ ਇੰਸਟੀਟਿਊਸ਼ਨ ਦੁਆਰਾ। ਸੋ ਕਿਸੇ ਤਰ੍ਹਾਂ ਦੀ ਬੁੱਕ ਦਾ ਵੀ ਨਹੀਂ ਪਤਾ, ਕੋਈ ਬੁੱਕ ਹੈ ਜਾਂ ਪਤਾ ਵੀ ਨਹੀਂ। ਆਈਲੈਟਸ ਦੀਆਂ ਤਾਂ ਹੁੰਦੀਆਂ ਜ਼ਰੂਰ, ਪਰ ਪੀਟੀ ਦਾ ਪਤਾ ਨਹੀਂ ਹੈ ਕਿ ਨਹੀਂ, ਹੁਣ ਦਾ ਵੀ ਨਹੀਂ ਪਤਾ। ਕਿ ਐਪ ਸਟਾਰਟਿੰਗ ਵਿੱਚ ਕੋਈ ਨਹੀਂ ਯੂਜ਼ ਕੀਤੀ, ਬਾਅਦ ਵਿੱਚ ਯੂਜ਼ ਕੀਤੀਆਂ, ਮੈਂ ਤੁਹਾਨੂੰ ਦੱਸਾਂਗਾ ਕਿਹੜੀਆਂ ਯੂਜ਼ ਕੀਤੀਆਂ। ਕੋਈ ਵੀ ਅਦਰ ਪੀਟੀ ਮਟੀਰੀਅਲ ਸਟਾਰਟਿੰਗ ਵਿੱਚ ਬਸ ਜੋ ਪੜ੍ਹਾ ਦਿੰਦੇ ਸੀ, ਸੈਂਟਰ ਵਾਲੇ ਜੋ ਪੜ੍ਹਾਉਂਦੇ ਸੀ ਉਹੀ ਕਰੀਦਾ ਸੀ, ਬਸ ਉਹਨਾਂ ਹੀ ਮਟੀਰੀਅਲ। ਘਰੇ ਆ ਕੇ ਵੀ ਨਹੀਂ, ਸਟੱਡੀ ਐਟ ਹੋਮ ਵੀ ਨਹੀਂ, ਘਰੇ ਵੀ ਨਹੀਂ ਕੁਛ ਕਰੀਦਾ ਸੀ, ਬਸ ਜੋ ਕਰਾ ਦਿੰਦੇ ਸੀ ਉੱਥੇ ਉਹ ਕਰ ਲਈਦਾ ਸੀ, ਜਿੰਨਾ ਕੁ ਮਟੀਰੀਅਲ ਕਰਾਉਂਦੇ ਸੀ। ਕਿਉਂਕਿ ਇੰਨੀ ਨੌਲੇਜ ਵੀ ਨਹੀਂ ਸੀ, ਘਰੇ ਵੀ ਨਹੀਂ ਸੀ ਪਤਾ ਕਿ ਕਿੱਥੋਂ ਕਰਨਾ ਹੈ, ਕਿਸ ਤਰ੍ਹਾਂ ਕਰਨੀ, ਕਿਉਂਕਿ ਇੰਨੀ ਨੌਲੇਜ ਹੈ ਨਹੀਂ ਸਟਾਰਟਿੰਗ ਦੇ ਵਿੱਚ। ਹੁਣ ਮੇਰਾ ਸਟਾਰਟਿੰਗ ਦਾ ਜਿਹੜਾ ਸੈਂਟਰ ਦਾ ਜਿਹੜਾ ਐਕਸਪੀਰੀਅੰਸ ਰਿਹਾ ਵਾ, ਉਹ ਇਸ ਤਰ੍ਹਾਂ ਦਾ ਰਿਹਾ ਕਿ ਉਹਨਾਂ ਨੇ ਸਵੇਰ ਟਾਈਮ ਪਹਿਲਾਂ ਸਪੀਕਿੰਗ ਦੇ ਦੇਣਾ ਕਿ ਹਾਂਜੀ ਵੀ ਸਪੀਕਿੰਗ ਕਰ ਲਓ। ਸਪੀਕਿੰਗ ਕਰ ਲਿਆ ਕਿ ਉਹ ਰਿਕਾਰਡ ਕਰ ਲੈਣਾ ਸੀ ਆਪਣਾ ਜੋ ਵੀ ਬੋਲਿਆ, ਕਿ ਸਟਾਰਟਿੰਗ ਵਿੱਚ ਜ਼ਰੂਰ ਦੱਸਦੇ ਰਿਹਾ ਕਿ ਹਾਂ ਵੀ ਇਸ ਤਰ੍ਹਾਂ ਬੋਲੋ, ਇਹ ਬੋਲੋ, ਇਸ ਤਰ੍ਹਾਂ ਕਰਨਾ ਹੈਗਾ ਵਾ, ਜ਼ਰੂਰ ਸਮਝਾਉਂਦੇ ਰਿਹਾ ਥੋੜ੍ਹਾ ਬਹੁਤਾ। ਅਤੇ ਉਹਨਾਂ ਸਪੀਕਿੰਗ ਦੇ ਦੇਣੀ, ਬਾਅਦ 'ਚ ਕਰਨਾ ਰਾਈਟਿੰਗ, ਟਾਈਪ ਕਰੀ ਜਾਓ, ਕੁਛ ਵੀ ਟਾਈਪ ਕਰੀ ਜਾਓ, ਅਤੇ ਬਸ ਟਾਈਪਿੰਗ ਸਪੀਡ ਵਧਾਓ ਕਹਿੰਦੇ ਸੀ। ਟਾਈਪਿੰਗ ਕਰਦੇ ਰਹੇ। ਉਸ ਤੋਂ ਬਾਅਦ ਥਰਡ ਮੋਡਿਊਲ ਆ ਜਾਂਦਾ ਲਿਸਨਿੰਗ ਕਰ ਲੈਣੀ, ਰੀਡਿੰਗ ਕਰ ਲੈਣੀ। ਹੁਣ ਰੀਡਿੰਗ ਵਿੱਚ ਲਿਸਨਿੰਗ ਚਲੋ ਇੱਦਾਂ ਹੀ ਕਿ ਸਟਾਰਟਿੰਗ ਵਿੱਚ ਜਦੋਂ ਮੈਂ ਸ਼ੁਰੂ ਕੀਤੀ, ਸਪੀਕਿੰਗ ਦੀ ਗੱਲ ਕਰਦੇ ਪਹਿਲਾਂ। ਹੁਣ ਜਦੋਂ ਸਟਾਰਟਿੰਗ ਵਿੱਚ ਮੈਂ ਪੀਟੀ ਸ਼ੁਰੂ ਕੀਤੀ ਅਤੇ ਰੀਡ ਅਲਾਊਡ ਕੀਤੇ ਸੀ। ਰੀਡ ਅਲਾਊਡ ਚਲੋ ਸਟਾਰਟਿੰਗ ਵਿੱਚ ਬੋਲਣੇ ਥੋੜ੍ਹੇ ਜਿਹੇ ਔਖੇ ਹੈਗੇ ਸੀ, ਕਿਉਂਕਿ ਜਦੋਂ ਔਖਾ ਵਰਡ ਆਉਂਦਾ ਸੀ ਉਦੋਂ ਰੁਕ ਜਾਈਦਾ ਸੀ। ਅਤੇ ਪਰ ਟੀਚਰ ਕਹਿੰਦੇ ਨਹੀਂ ਰੁਕਣਾ ਨਹੀਂ ਹੈ, ਤੁਸੀਂ ਵਿੱਚ ਪਾਊਸ ਨਹੀਂ ਲੈਣਾ, ਹੈਜੀਟੇਸ਼ਨ ਨਹੀਂ ਕਰਨੀ। ਅਤੇ ਇਸ ਤਰ੍ਹਾਂ ਹੋ ਜਾਂਦਾ ਪੂਰੀ ਲਾਈਨ ਨਹੀਂ ਬਣਦੀ ਸਟਾਰਟਿੰਗ ਵਿੱਚ ਕਿ ਪੂਰਾ ਐਂਡ ਤੱਕ ਬੋਲਣਾ। ਕਈ ਵਾਰ ਡਰ ਜਿਹਾ ਜ਼ਿਆਦਾ ਸੀ, ਕਿਉਂਕਿ ਪਤਾ ਨਹੀਂ ਸੀ ਤਕਨੀਕ ਦਾ, ਕਿ ਟਿਪਸ ਦਾ ਨਹੀਂ ਪਤਾ ਇੰਨਾ ਉਦੋਂ ਸਟਾਰਟਿੰਗ ਦੇ ਵਿੱਚ। ਉਦੋਂ ਡਰ ਜਾਣਾ ਕਿ ਔਖਾ ਵਰਡ ਵੇਖ ਕੇ ਉੱਥੇ ਰੁਕ ਜਾਣਾ, ਜਾਂ ਕੋਈ ਗਲਤੀ ਹੋ ਜਾਣੀ, ਜਾਂ ਕੋਈ ਛੱਡ ਦੇਣਾ ਵਿੱਚ ਹੀ, ਇਸ ਤਰ੍ਹਾਂ ਹੋ ਜਾਂਦਾ ਸੀ। ਅਤੇ ਜਦੋਂ ਰਿਪੀਟ ਸੈਂਟੈਂਸ ਆਏ ਜਾਂ ਰਿਟਨ ਲੈਕਚਰ, ਅਤੇ ਉਦੋਂ ਇੱਦਾਂ ਹੋ ਜਾਣਾ ਕਿ ਸੁਣਨਾ ਹੀ ਕੁਛ ਨਹੀਂ, ਜੇ ਸੁਣਨਾ ਬਹੁਤ ਤੇਜ਼ੀ ਨਾਲ ਉਹਨੇ ਬੋਲ ਜਾਣਾ, ਕਿਉਂਕਿ ਸਟਾਰਟਿੰਗ ਵਿੱਚ ਕਦੀ ਆਪਾਂ ਕੀਤੀ ਨਹੀਂ ਸੀ, ਲਿਸਨਿੰਗ ਕੀਤੀ ਨਹੀਂ ਸੀ। ਉਹਨੇ ਬੋਲਣਾ ਰਿਪੀਟ ਸੈਂਟੈਂਸ, ਅਤੇ ਟੀਚਰ ਨੇ ਆਖਣਾ ਕਿ ਹਾਂ ਵੀ ਤੁਸੀਂ ਨੋਟ ਕਰ ਲੈਣਾ ਕੀ ਬੋਲਿਆ ਉਹਨੇ, ਅਤੇ ਫਿਰ ਬੋਲਣਾ। ਪਰ ਉਹ ਕੁਛ ਨੋਟ ਕਰਨ ਜੋਗਾ ਦਿਮਾਗ 'ਚ ਆਉਂਦਾ ਹੀ ਨਹੀਂ, ਛਟਪਟ ਬੋਲਦੇ, ਸੈਂਟੈਂਸ ਬੋਲ ਕੇ ਹੋ ਜਾਂਦੇ ਸੀ, ਉਹ ਸੁਣਦਾ ਹੀ ਨਹੀਂ ਕੁਛ ਵੀ। ਅਤੇ ਬਾਅਦ 'ਚ ਰੀਟਨ ਲੈਕਚਰ ਵੀ ਇਸ ਤਰ੍ਹਾਂ ਹੀ ਆਉਣਾ ਕਿ ਸਟਾਰਟਿੰਗ ਵਿੱਚ ਕੁਛ ਸਮਝ ਨਾ ਆਉਣਾ, ਬਾਅਦ 'ਚ ਹੌਲੀ ਹੌਲੀ ਇੰਨਾ ਕੁ ਸਮਝ ਆਉਣ ਲੱਗਾ, ਥੋੜ੍ਹੇ ਵਰਡ ਜਿਹੜੇ ਉਹ ਕੈਚ ਕਰਨੇ ਸ਼ੁਰੂ ਕਰਤੇ, ਥੋੜ੍ਹੇ ਵਰਡ ਕੈਚ ਕਰਨੇ ਸ਼ੁਰੂ ਕਰਤੇ ਕਿ ਹਾਂ ਵੀ ਆਹ ਬੋਲਿਆ ਨੇ, ਆਹ ਬੋਲਿਆ। ਅਤੇ ਪਰ ਸਟਾਰਟਿੰਗ ਵਿੱਚ ਇੱਕ ਗੱਲ ਹੈ ਕਿ ਮੈਨੂੰ ਬੜੀ ਔਖੀ ਲੱਗੀ ਸੀ ਪੀਟੀ। ਮੈਂ ਕਿਹਾ ਨਹੀਂ ਪੀਟੀ ਯਾਰ ਆਈਲੈਟਸ ਨਾਲੋਂ ਵੀ ਔਖੀ ਹੈ, ਬਹੁਤ ਪੰਗਾ ਜਿਹਾ ਇਹਦਾ। ਅਤੇ ਕਿਉਂਕਿ ਮੁੜ ਕੇ ਉਹ ਜਦੋਂ ਉਹਨਾਂ ਸਟਾਰਟਿੰਗ 'ਚ ਦੱਸਿਆ ਨਾ ਕਿ ਤੁਸੀਂ ਜਿਹੜਾ ਰੀਟਨ ਲੈਕਚਰ ਆ ਉਹਨੂੰ ਦੂਜਾ ਨੋਟ ਡਾਊਨ ਕਰਕੇ ਫਿਰ ਬੋਲਣਾ, ਉਹ ਬੜਾ ਔਖਾ ਲੱਗਾ ਯਾਰ, ਕਿੱਦਾਂ ਬੋਲਾਂਗੇ ਆਪਾਂ ਇਹਨੂੰ, ਨਾ ਤੇ ਕੋਈ ਲਾਈਨ ਜੀ ਫੜੀ ਜਾਂਦੀ ਇਹਨਾਂ ਦੇ, ਕੀ ਬੋਲ ਜਾਂਦੇ ਏਡੀ ਛੇਤੀ, ਅਤੇ ਕਿਸ ਤਰ੍ਹਾਂ ਇਹ ਕਰਾਂਗੇ। ਅਤੇ ਰੀਡਿੰਗ, ਉਸ ਤੋਂ ਬਾਅਦ ਰੀਡਿੰਗ ਦੇ ਵਿੱਚ ਵੀ ਉਹ ਬਲੈਂਕਸ ਪਤਾ ਹੀ ਨਾ ਲੱਗੇ ਯਾਰ ਕੀ ਲਾਉਣਾ, ਤੁੱਕੇ ਤੱਕ ਲਾ ਦੇਣੇ, ਕਈ ਸਹੀ ਹੋਏ ਨੇ, ਕਦੀ ਨੰਬਰ ਵੱਧ ਆਏ ਨੇ, ਕਦੀ ਘੱਟ ਆਏ ਨੇ ਸਟਾਰਟਿੰਗ ਦੇ ਵਿੱਚ। ਅਤੇ ਲਿਸਨਿੰਗ 'ਚ ਵੀ ਇਸੇ ਤਰ੍ਹਾਂ ਸੀ, ਲਿਸਨਿੰਗ 'ਚ ਸੁਣਨਾ ਕੁਛ ਨਹੀਂ, ਉਹਨੇ ਦਬਦਾ ਬੋਲ ਜਾਣਾ, ਕਦੀ ਸੁਣ ਜਾਣਾ,
ਕੁਝ ਸਹੀ ਹੋਏ ਨਾ ਕੁਝ ਗਲਤ ਹੋਏ ਨਾ, ਪਰ ਇੰਨਾ ਕਿ ਲਿਸਨਿੰਗ ਦਾ ਹੌਲੀ ਹੌਲੀ ਜਿਸ ਤਰ੍ਹਾਂ ਕਰਦੇ ਗਿਆ ਲਿਸਨਿੰਗ ਡੇ ਬਾਏ ਡੇ, ਉਹ ਥੋੜ੍ਹੀ ਜਿਹੀ ਇੰਪਰੂਵ ਹੁੰਦੀ ਗਈ। ਉਹ ਸੁਣਦਾ ਗਿਆ ਉਹਨਾਂ ਦਾ ਕੀ ਬੋਲਦੇ ਸੀ, ਉਹ ਪਤਾ ਲੱਗਣ ਲੱਗ ਪਿਆ ਲਿਸਨਿੰਗ ਦਾ। ਇਸ ਤਰ੍ਹਾਂ ਰਿਪੀਟ ਸੈਂਟੈਂਸ ਦਾ ਵੀ ਹੌਲੀ ਹੌਲੀ ਪਤਾ ਲੱਗਣ ਲੱਗ ਪਿਆ। ਅਤੇ ਬਟ ਉਸ ਤੋਂ ਬਾਅਦ ਆ ਜਾਂਦੀ ਰਾਈਟਿੰਗ। ਰਾਈਟਿੰਗ ਵਿੱਚ ਕੁਝ ਔਖਾ ਨਹੀਂ ਹੈਗਾ ਸੀ, ਰਾਈਟਿੰਗ ਤਾਂ ਇੱਕ ਸਿੰਪਲ ਹੈਗੀ ਆ, ਕੋਈ ਉਹ 'ਚ ਟੈਨਸ਼ਨ ਵਾਲੀ ਗੱਲ ਨਹੀਂ। ਪਰ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਟਾਰਟਿੰਗ ਵਿੱਚ ਮੈਨੂੰ ਬੜੀ ਔਖੀ ਲੱਗੀ, ਕਿਉਂਕਿ ਸਾਰਾ ਮਟੀਰੀਅਲ ਜਿਹੜਾ ਔਖਾ ਜਿਹਾ ਲੱਗਾ ਕਿ ਯਾਰ ਇਹ ਕਿੱਦਾਂ ਕਰਾਂਗੇ, ਅਤੇ ਟਾਈਪਸ ਹੀ ਬੜੀਆਂ ਇਹਦੀਆਂ, ਕੁਐਸਚਨ ਟਾਈਪਸ ਬੜੀਆਂ ਵਾ ਇਹਦੀਆਂ, ਕਿਸ ਤਰ੍ਹਾਂ ਨੰਬਰ ਆਉਣਗੇ, ਬੜਾ ਆਪਣੇ ਆਪ ਨੂੰ ਕਨਫਿਊਜ਼ ਹੋਇਆ। ਇੱਕ ਦੋ ਵਾਰੀ ਮੈਂ ਛੱਡਣ ਬਾਰੇ ਵੀ ਕਹਿ ਤਾ ਕਿ ਸਰ ਮੈਂ ਨਹੀਂ ਇਹ ਕਰਨੀ ਅਤੇ ਮੈਂ ਪੀਟੀ ਨਹੀਂ ਕਰਨੀ। ਉਹਨਾਂ ਨੂੰ ਸਮਝਾਇਆ ਕਿ ਨਹੀਂ ਵੀ ਤੂੰ ਹੌਸਲਾ ਨਾ ਛੱਡ, ਪੀਟੀ ਸੌਖੀ ਬੜੀ ਆਇਲਸ ਨੂੰ, ਅਤੇ ਕੋਈ ਨਹੀਂ ਤੂੰ ਹਿੰਮਤ ਨਾ ਛੱਡੋ। ਅਸੀਂ 2 ਜਣੇ ਸਾਂ ਉਦੋਂ ਸਟਾਰਟਿੰਗ ਦੇ ਵਿੱਚ। ਪਰ ਗੱਲ ਇੱਦਾਂ ਹੋਈ ਕਿ ਚਲੋ ਅਗਸਤ ਵਿੱਚ ਸਟਾਰਟ ਕੀਤਾ ਸੀ ਪ੍ਰੈਪਰੇਸ਼ਨ ਪੀਟੀ ਦੀ। ਅਗਸਤ ਸਤੰਬਰ 2 ਮਹੀਨੇ ਲਾਏ, ਰੈਗੂਲਰ ਜਾਂਦੇ ਰਹੇ, ਸਵੇਰੇ ਜਾਣਾ। ਵੈਸੇ ਵੀ ਕਈ ਵਾਰ ਸੈਂਟਰ ਵਿੱਚ ਉਨੀ ਪੜ੍ਹਾਈ ਨਹੀਂ ਸੀ ਹੁੰਦੀ, ਕਿਉਂਕਿ ਉਹਨਾਂ ਦੇ ਦੇਣੇ ਬੱਚੇ ਜ਼ਿਆਦਾ ਹੋਣ ਲੱਗ ਪਏ। ਫਿਰ ਹੌਲੀ ਹੌਲੀ ਲੋਕਡਾਊਨ ਸੀ, ਲੋਕਡਾਊਨ ਤੋਂ ਬਾਅਦ ਫਿਰ ਬੱਚੇ ਵਧਣੇ ਲੱਗ ਪਏ ਕਿ ਉਹ ਜਿਹੜਾ ਧਿਆਨ ਆ ਸਾਰਿਆਂ ਦੇ ਦੇਣ ਲੱਗ ਪਏ ਫਿਰ। ਅਤੇ ਉਹ ਫਿਰ ਥੋੜ੍ਹਾ ਜਿਹਾ ਜਦੋਂ ਕਈ ਵਾਰ ਆਨਸਰ ਉਹਨਾਂ ਦੱਸਣੇ ਹੀ ਨਾ, ਪੁੱਛਣਾ ਤਾਂ ਉਹਨਾਂ ਨਹੀਂ ਵੀ ਅੱਜ ਆਨਸਰ ਨਹੀਂ ਤੁਹਾਨੂੰ ਦੱਸਾਂਗੇ, ਸਵੇਰੇ ਦੱਸਾਂਗੇ, ਤੁਹਾਡੇ ਆਨਸਰ ਚੈੱਕ ਕਰਾਂਗੇ ਸਹੀ ਹੈ ਜਾਂ ਗਲਤ ਆ। ਇਸ ਤਰ੍ਹਾਂ ਚਲੋ ਟਾਈਮ ਲੰਘਦਾ ਗਿਆ, 2 ਮੰਥ ਜਿਹੜੇ ਉਹ ਝਟਪਟ ਜਿਹੜੇ ਬੀਤ ਗਏ। ਕਿਉਂਕਿ ਉੱਥੇ ਇਹ ਹੋ ਜਾਂਦਾ ਸੈਂਟਰ ਜਾਣਾ, ਸਵੇਰੇ ਤਿਆਰ ਹੋ ਕੇ ਜਾਣਾ, ਅਤੇ ਤਿਆਰ ਹੋ ਕੇ ਜਦੋਂ ਗਏ ਆਪਾਂ ਵੀ ਉੱਥੇ ਝਟਪਟ ਟਾਈਮ ਲੰਘ ਜਾਣਾ। 2-3 ਘੰਟੇ ਪੜ੍ਹਿਆ, ਫਿਰ ਘਰੇ ਆਏ, ਫਿਰ ਸ਼ਾਮਾਂ ਪੈ ਜਾਂਦੀਆਂ, ਫਿਰ ਚਲੋ ਸੌਂ ਗਏ। ਫਿਰ ਅਗਲੇ ਦਿਨ ਘਰੇ ਆ ਕੇ ਵੀ ਨਹੀਂ ਪੜ੍ਹਿਆ ਜਾਂਦਾ, ਕਿਉਂਕਿ ਬੰਦਾ ਜਦੋਂ ਸਾਰੀ ਦਿਹਾੜੀ ਉਹ ਇੰਗਲਿਸ਼ ਪੜ੍ਹਦਾ ਰਹਿੰਦਾ, ਫਿਰ ਬੋਰ ਜਿਹਾ ਲੱਗਦਾ, ਘਰੇ ਆਣ ਕੇ ਪੜ੍ਹਨ ਨੂੰ ਜੀ ਨਹੀਂ ਸੀ ਕਰਦਾ, ਦਿਲ ਨਹੀਂ ਸੀ ਕਰਦਾ। ਸੋ ਇਸ ਤਰ੍ਹਾਂ ਟਾਈਮ ਲੰਘ ਗਿਆ, 2 ਮਹੀਨੇ ਝਟਪਟ ਲੰਘ ਗਏ। ਚਲੋ ਸਕੋਰ ਮੇਰੇ ਆਉਣ ਲੱਗ ਪਏ, ਸਟਾਰਟਿੰਗ ਦੇ ਵਿੱਚੋਂ ਘੱਟ ਆਉਂਦੇ ਸੀ, ਹੌਲੀ ਹੌਲੀ ਸਕੋਰ ਜਿਹੜੇ ਹੈਗੇ ਉਹ ਵੱਧ ਗਏ, ਪਰ ਰੀਡਿੰਗ 'ਚੋਂ ਨਹੀਂ ਵਧੇ। ਸਪੀਕਿੰਗ ਜ਼ਰੂਰ ਵੱਧ ਗਈ, ਮੈਨੂੰ ਸਪੀਕਿੰਗ ਦਾ ਪਤਾ ਲੱਗ ਗਿਆ ਥੋੜ੍ਹਾ ਬਹੁਤਾ, ਅਤੇ ਸਪੀਕਿੰਗ ਦਾ ਪਤਾ ਲੱਗ ਗਿਆ। ਫਿਰ ਮੈਂ ਨਾ ਜਦੋਂ ਸਤੰਬਰ ਲਾਸਟ 'ਤੇ ਆਇਆ ਨਾ, ਸੈਕਿੰਡ ਮੰਥ ਦੇ ਲਾਸਟ 'ਤੇ, ਉਦੋਂ ਹੌਲੀ ਹੌਲੀ ਮੈਂ ਦੇਖਿਆ ਕਿ ਮੈਂ ਫਿਰ ਯੂਟਿਊਬ 'ਤੇ ਗਿਆ, ਯੂਟਿਊਬ 'ਤੇ ਸਰਚ ਮਾਰੀ ਇਹਨਾਂ ਚੀਜ਼ਾਂ ਦੀ, ਪੀਟੀ ਬਾਰੇ ਸਾਰਾ ਯੂਟਿਊਬ 'ਤੇ ਸਰਚ ਮਾਰੀ। ਅਤੇ ਉਸ ਤੋਂ ਹੌਲੀ ਹੌਲੀ ਮੈਨੂੰ ਪਤਾ ਲੱਗਣ ਲੱਗ ਪਿਆ। ਮੈਂ ਕੁਝ ਟਿਪਸ ਕੈਚ ਕੀਤੇ, ਕੁਝ ਗੂਗਲ 'ਤੇ ਗਿਆ, ਇਸ ਤਰ੍ਹਾਂ ਮੈਨੂੰ ਹੌਲੀ ਹੌਲੀ ਪਤਾ ਲੱਗਾ, ਠੀਕ ਹੈ ਨਾ। ਅਤੇ ਫਿਰ ਹੌਲੀ ਹੌਲੀ ਸਤੰਬਰ ਆਪਾਂ ਅੱਗੇ ਚੱਲ ਜਾਂਦੇ ਹਾਂ ਕਿ ਸੈਲਫ ਸਟੱਡੀ ਸ਼ੁਰੂ ਕਰਤੀ ਸੀ ਹੌਲੀ। ਸਤੰਬਰ ਤੋਂ ਬਾਅਦ ਮੈਂ ਅਗਲਾ ਅਕਤੂਬਰ ਦਾ ਮਹੀਨਾ, ਅਕਤੂਬਰ ਨਵੰਬਰ ਜਿਹੜਾ ਹੈਗਾ ਸੀ ਨਾ, ਉਹ ਮੈਂ ਸੈਲਫ ਸਟੱਡੀ ਸ਼ੁਰੂ ਕਰਤੀ ਸੀ, ਕਿਉਂਕਿ ਇੱਕ ਥੋੜ੍ਹਾ ਜਿਹਾ ਠੰਡ ਆਉਂਦੀ ਜਾਂਦੀ ਸੀ ਉਦੋਂ, ਅਤੇ ਉਹ 'ਚ ਜਾਣਾ ਜਿਹੜਾ ਮੁਸ਼ਕਿਲ ਹੋ ਜਾਂਦਾ ਸੀ। ਅਤੇ ਇੱਕ ਰੋਜ਼ ਰੋਜ਼ ਜਾਣਾ ਵੀ ਅਤੇ ਘਰੇ ਆ ਕੇ ਵੀ ਨਹੀਂ ਪੜ੍ਹਨਾ, ਮੈਨੂੰ ਫਿਰ ਚੰਗਾ ਜਿਹਾ ਨਹੀਂ ਲੱਗਾ, ਕਿਉਂਕਿ ਇੰਨਾ ਮੇਨ ਪ੍ਰੈਕਟਿਸ ਮੈਨੂੰ ਪਤਾ ਲੱਗ ਗਿਆ ਸੀ ਐਕਸਪੀਰੀਅੰਸ ਦਾ ਕਿ ਇਹ ਪ੍ਰੈਕਟਿਸ ਸਿਰ 'ਤੇ ਹੀ ਹੋਣਾ ਵਾ। ਇਸ ਤਰ੍ਹਾਂ ਮੈਂ ਯੂਟਿਊਬ 'ਤੇ ਵੀਡੀਓਜ਼ ਵੇਖੀਆਂ ਸੀ ਵੀ ਉਹ ਦੱਸਦੇ ਸੀ ਸਾਰਾ ਕੁਝ ਕਿ ਹਾਂਜੀ ਵੀ ਤੁਸੀਂ ਜਿਹੜਾ ਹੈਗਾ ਵਾ ਪ੍ਰੈਕਟਿਸ ਚਾਹੀਦੀ, ਜਿੰਨੀ ਪ੍ਰੈਕਟਿਸ ਕਰੋਗੇ, ਰੀਡ ਅਲਾਊਡ ਲਿਸਨਿੰਗ ਦੀ ਜਿੰਨੀ ਪ੍ਰੈਕਟਿਸ ਹੋਊਗੀ, ਰੀਡ ਅਲਾਊਡ ਦੀ ਜਿੰਨੀ ਪ੍ਰੈਕਟਿਸ ਹੋਵੇਗੀ, ਅਤੇ ਜਿੰਨੀ ਤੁਹਾਡੀ ਰਿਪੀਟ ਸੈਂਟੈਂਸ ਦੀ ਉਨੀ ਕਲੈਰਿਟੀ ਆਵੇਗੀ। ਮੈਂ ਸੋਚ ਲਿਆ ਵੀ ਆਪਾਂ ਹੁਣ ਘਰੇ ਹੀ ਆਪਾਂ ਪੜ੍ਹਨਾ ਹੈਗਾ ਵਾ, ਬਟ ਮੇਰੇ ਤੋਂ ਕੰਪਿਊਟਰ ਨਹੀਂ ਸੀ ਹੈਗਾ, ਮੈਂ ਫ਼ੋਨ 'ਤੇ ਸਾਰਾ ਪੜ੍ਹਿਆ ਜੇ। ਸੈਲਫ ਸਟੱਡੀ ਮੈਂ ਫ਼ੋਨ 'ਤੇ ਕੀਤੀ ਆ। ਫ਼ੋਨ 'ਤੇ ਮੈਂ ਪਹਿਲਾਂ ਸਟਾਰਟਿੰਗ ਵਿੱਚ ਹੈਗਾ ਵਿਦ ਹੈਲਪ ਆਫ ਯੂਟਿਊਬ ਦੀ ਹੈਲਪ ਲਈ ਸਟਾਰਟਿੰਗ ਦੇ ਵਿੱਚ। ਯੂਟਿਊਬ 'ਤੇ ਦੇਖਿਆ ਵੀ ਹਾਂ ਕਿਹੜੇ ਦੂਜਾ ਜ਼ਿਆਦਾ ਮੋਸਟਲੀ ਮੈਂ ਦੇਖੇ ਚੈਨਲ ਜਿਹੜੇ ਇੰਗਲਿਸ਼ 'ਚ ਕਰਾਉਂਦੇ ਹੈਗੇ, ਮਟੀਰੀਅਲ ਹੈ ਪਰ ਇੰਗਲਿਸ਼ ਵਿੱਚ ਹੈਗੀ, ਜੇ ਉਹ ਟਿਪਸ ਦੱਸਦੇ ਉਹ ਵੀ ਇੰਗਲਿਸ਼ ਵਿੱਚ ਦੱਸਦੇ, ਪੰਜਾਬੀ ਵਾਲਾ ਕੋਈ ਨਹੀਂ ਹੈਗਾ। ਉਹ ਤੋਂ ਬਾਅਦ ਗੂਗਲ 'ਤੇ ਵੀ ਹਾਂਜੀ ਸਰਚ ਮਾਰੀ, ਹਾਂ ਟਾਈਮਿੰਗ ਦੇਖਿਆ ਕਿੰਨਾ ਟਾਈਮ ਆ, ਇੱਕ ਮੋਡਿਊਲ 'ਚ ਦੂਜੇ ਮੋਡਿਊਲ 'ਚ ਕਿੰਨੇ ਨੰਬਰ ਜਾਂਦੇ ਆ, ਜੇ ਆਪਾਂ ਰੀਡ ਅਲਾਊਡ ਕਰਦੇ ਹਾਂ ਉਹਦੇ ਨੰਬਰ ਜਿਹੜੇ ਰੀਡਿੰਗ ਵਿੱਚ ਕਿੰਨੇ ਜਾਂਦੇ ਆ। ਕਿਉਂਕਿ ਹਰੇਕ ਜਿਹੜਾ ਹੈਗਾ ਨਾ ਇੱਕ ਦੂਜੇ ਨਾਲ, ਇਹ ਜਿਹੜੀ ਪੀਟੀ ਦੀ ਇੱਕ ਆਪਾਂ ਵਿਸ਼ੇਸ਼ਤਾ ਹੀ ਕਹਿ ਸਕਦੇ ਹਾਂ, ਕਿਉਂਕਿ ਜਿਸ ਤਰ੍ਹਾਂ ਆਪਾਂ ਸਪੀਕਿੰਗ ਆਪਣੀ ਐ ਚੰਗੀ ਹੋਈ, ਵਧੀਆ ਹੋਈ ਨਾ ਸਪੀਕਿੰਗ ਸਾਰੀ, ਉਹਦੇ ਵਿੱਚ ਆਪਾਂ ਨੂੰ ਰੀਡਿੰਗ 'ਚ ਵੀ ਨੰਬਰ ਚੱਲ ਜਾਣੇ ਆ, ਅਤੇ ਸੈਕਿੰਡ ਲਿਸਨਿੰਗ 'ਚ ਵੀ ਨੰਬਰ ਚੱਲ ਜਾਣੇ ਆਪਣੇ, ਕੁਝ ਨੰਬਰ ਜਾਣੇ ਆ। ਕਿਉਂਕਿ ਸਪੀਕਿੰਗ ਜੇ ਮਾੜੀ ਹੋਈ ਨਾ, ਬਾਕੀ ਮੋਡਿਊਲ ਦੇ ਵਿੱਚ ਜਿਹੜੇ ਨੰਬਰ ਉਹ ਵੀ ਘਟਣੇ ਆ। ਇਸ ਕਰਕੇ ਇਹ ਥੋੜ੍ਹਾ ਜਿਹਾ ਇਹਨਾਂ ਦਾ ਹੈਗਾ ਇੰਟਰੈਕਸ਼ਨ ਜੀ ਸਾਰੇ ਮੋਡਿਊਲ ਦੇ ਵਿੱਚ, ਉਹ ਮੈਂ ਤੁਹਾਨੂੰ ਦੱਸਾਂਗਾ ਅਲੱਗ ਵੀਡੀਓ ਵਿੱਚ ਡਿਸਕਸ ਕਰਾਂਗੇ ਆਪਾਂ। ਉਸ ਤੋਂ ਬਾਅਦ ਗੂਗਲ ਤੋਂ ਬਾਅਦ ਐਪ ਵੀ 2-3 ਮੈਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਸੀ, ਡਾਊਨਲੋਡ ਕੀਤੀਆਂ ਸੀ। ਇੱਕ ਪੀਟੀ ਟਿਊਟੋਰੀਅਲ ਹੀ ਸ਼ਾਇਦ, ਇੱਕ ਏਪੀ ਜੁਨੀ ਹੀ, ਇਸ ਤਰ੍ਹਾਂ ਦੀਆਂ ਐਪ ਹੀ 1-2 ਜਿਹੜੀਆਂ ਮੈਂ ਉਹਨਾਂ ਤੋਂ ਦੇਖੀਆਂ ਹੈਗੀਆਂ, ਹੁਣ ਹੈਲਪ ਲਈ ਸੀ ਉਹਨਾਂ ਦੀ। ਉਸ ਤੋਂ ਬਾਅਦ ਆ ਜਾਂਦਾ PTE ਟਿਪਸ ਅਤੇ ਟ੍ਰਿਕਸ। ਹਾਂਜੀ ਉਹ ਮੈਂ ਸਾਰੇ ਉਹਨਾਂ ਟਿਪਸ ਜਿਹੜੇ ਮੈਨੂੰ ਪਤਾ ਲੱਗਣੇ ਵੀ ਹਾਂ ਵੀ ਜੇ ਰੀਡ ਅਲਾਊਡ ਬੋਲਣਾ ਵਾ ਅਤੇ ਉਹਦੇ ਵਾਸਤੇ ਕਿਹੜੇ ਟਿਪਸ ਚਾਹੀਦੇ ਆ, ਕੀ ਟੈਕਨੀਕ ਆ, ਕਿਸ ਤਰ੍ਹਾਂ ਬੋਲਣਾ ਚਾਹੀਦਾ, ਕਿੱਥੇ ਪਾਊਚ ਲੈਣਾ ਚਾਹੀਦਾ ਵਾ,
ਕਿਹਨੂੰ ਕਿਸ ਤਰੀਕੇ ਨਾਲ ਬੋਲਣਾ ਚਾਹੀਦਾ, ਜੇ ਔਖਾ ਵਰਡ ਆਵੇ ਉਹਨੂੰ ਛੱਡ ਦੇਣਾ ਚਾਹੀਦਾ ਵਾ, ਕਿਸ ਤਰ੍ਹਾਂ ਬੋਲਣਾ ਚਾਹੀਦਾ ਵਾ, ਇਹ ਗੱਲਾਂ ਮੈਨੂੰ ਪਤਾ ਲੱਗੀਆਂ ਸੀ। ਫਿਰ ਉਸ ਤੋਂ ਬਾਅਦ ਮੈਨੂੰ ਇਹ ਪਤਾ ਲੱਗਾ ਸੀ ਕਿ ਜੇ ਰਿਪੀਟ ਸੈਂਟੈਂਸ ਆ, ਜੇ ਔਖਾ ਆ ਜਾਵੇ ਕਿਸ ਤਰ੍ਹਾਂ ਬੋਲਣਾ ਵਾ, ਅਤੇ ਉਸ ਤੋਂ ਬਾਅਦ ਜੇ ਜ਼ਿਆਦਾ ਲੈਂਥੀ ਹੋ ਜਾਂ ਤੇਜ਼ ਹੋ ਜਾਵੇ ਤੇ ਉਹ ਕਿਸ ਤਰ੍ਹਾਂ ਬੋਲਣਾ, ਇੰਨਾ ਪਤਾ ਲੱਗ ਗਿਆ ਸੀ ਵੀ ਇਹ ਮੈਨੂੰ ਸਭ ਕੁਝ। ਅਤੇ ਰੀਡਿੰਗ ਵਿੱਚ ਵੀ ਮੈਨੂੰ ਨਾ ਸਟਰੈਟਜੀ ਪਲੈਨਿੰਗ ਕੀਤੀ ਮੈਂ, ਫਿਰ ਕਿਸ ਤਰ੍ਹਾਂ ਪ੍ਰੈਕਟਿਸ ਕਰਨੀ ਉਹ ਸਾਰੀ ਮੈਂ ਪਲਾਨ ਕੀਤਾ ਇੱਕ ਹਿਸਾਬ ਨਾਲ। ਅਤੇ ਫੋਕਸ ਕੀਤਾ ਵੈਰੀ ਇੰਪੋਰਟੈਂਟ, ਹਾਂ ਵੀ ਮੈਂ ਫੋਕਸ ਕੀਤਾ ਕਿ ਕਿਹੜੇ ਜਿਨ੍ਹਾਂ ਦੇ ਜ਼ਿਆਦਾ ਨੰਬਰ ਮਿਲਦੇ ਆ, ਜਿਹੜੇ ਹੈਗੇ ਆ ਜਿਸ ਤਰ੍ਹਾਂ ਮੰਨ ਲਓ ਆਪਣੀ ਰੀਡਿੰਗ ਵਿੱਚ ਹੈਗੇ ਆ ਮਲਟੀਪਲ ਆਨਸਰ ਜਿਹੜੇ ਆ, ਸਿੰਗਲ ਆਨਸਰ, ਇਹ ਸਾਰੇ ਮੈਂ ਛੱਡ ਦਿੱਤੇ ਸੀ ਮੈਂ ਇਹਨਾਂ ਦੇ, ਕਿਉਂਕਿ ਇਹਨਾਂ ਦੇ ਸਕੋਰ ਹੈ ਨਹੀਂ ਸੀ ਇੰਨੇ। ਅਤੇ ਰਿਪੀਟ ਸੈਂਟੈਂਸ ਅਤੇ ਰੀਡ ਅਲਾਊਡ ਸਪੀਕਿੰਗ ਵਿੱਚ ਜ਼ਿਆਦਾ ਇੰਪੋਰਟੈਂਟ ਇਹ ਸੀ, ਅਤੇ ਸ਼ਾਰਟ ਆਨਸਰ ਕੁਐਸਚਨ ਇਹ ਇੰਨੇ ਇੰਪੋਰਟੈਂਟ ਹੈ ਨਹੀਂ ਸੀ। ਲਿਸਨਿੰਗ ਵਿੱਚ ਵੀ ਕਈ ਹੈਗੇ ਸੀ ਉਹ ਇੰਪੋਰਟੈਂਟ ਨਹੀਂ ਸੀ ਇੰਨੇ, ਅਤੇ ਜਿਹੜੇ ਇੰਪੋਰਟੈਂਟ ਸੀ ਮੈਂ ਉਹਨਾਂ ਨੂੰ ਚੱਕਿਆ, ਕਿ ਜਿਹਦੇ ਨੰਬਰ ਵੀ ਦੂਸਰੇ ਮੋਡਿਊਲ 'ਚ ਜ਼ਿਆਦਾ ਜਾਂਦੇ ਨਾ ਉਹਨਾਂ ਨੂੰ ਚੱਕਿਆ ਪਹਿਲਾਂ, ਉਹਨਾਂ ਦੀ ਜ਼ਿਆਦਾ ਪ੍ਰੈਕਟਿਸ ਕੀਤੀ ਸਭ ਤੋਂ ਪਹਿਲਾਂ, ਠੀਕ ਹੈ ਨਾ। ਫੋਕਸ ਉਹਨਾਂ ਦੇ ਕੀਤਾ ਜਿਹੜੇ ਵੈਰੀ ਇੰਪੋਰਟੈਂਟ ਕੁਐਸਚਨ ਟਾਈਪ ਹੈਗੇ ਸੀ, ਕਿਸੇ ਵੀ ਮੋਡਿਊਲ ਦੇ ਹੈਗੇ ਸੀ ਨਾ ਵੈਰੀ ਇੰਪੋਰਟੈਂਟ ਸੀ, ਉਹਨਾਂ ਦੇ ਕੀਤੀ ਤਿਆਰੀ ਸਟਾਰਟਿੰਗ ਦੇ ਵਿੱਚ, ਜਿਨ੍ਹਾਂ ਦੇ ਜ਼ਿਆਦਾ ਨੰਬਰ ਆਉਣੇ ਸੀ। ਸੋ ਇਹ ਮੈਂ ਘਰੇ ਫਿਰ ਤਿਆਰੀ ਸ਼ੁਰੂ ਕੀਤੀ, ਹੌਲੀ ਹੌਲੀ ਜਿਹੜਾ ਹੈਗਾ ਵਾ ਸਾਰੇ ਟਿਪਸ ਜਿਹੜੇ ਹੈਗੇ ਮੈਂ ਇਕੱਠੇ ਕੀਤੇ, ਉਹ ਦੇਖੇ ਅਤੇ ਘਰੇ ਤਿਆਰੀ ਕਰਨੀ ਸ਼ੁਰੂ ਕੀਤੀ ਸੀ। ਅਤੇ ਜਦੋਂ ਮੈਂ ਸਟਾਰਟਿੰਗ, ਹੁਣ ਮੈਂ ਤੁਹਾਨੂੰ ਇਹ ਦਿਖਾ ਰਿਹਾ ਵਾਂ ਕਿ ਘਰੇ ਤਿਆਰੀ ਕਰਨ ਤੋਂ ਬਾਅਦ ਜਦੋਂ ਮੈਂ ਪਹਿਲਾਂ ਦੇਣਾ ਹੁੰਦਾ ਨਾ ਮੌਕ ਟੈਸਟ, ਜਿਹੜਾ ਸੈਂਟਰ ਹੁੰਦਾ ਸੀ, ਮੌਕ ਟੈਸਟ ਹੁੰਦਾ ਸੀ, ਉਦੋਂ ਮੇਰੇ ਸਕੋਰ ਰੀਡਿੰਗ 'ਚ ਆਉਂਦੇ ਸੀ ਸਿਰਫ ਅਤੇ ਸਿਰਫ 30 ਆ ਜਾਣੇ ਜਾਂ 30 ਤੋਂ ਘੱਟ ਆਉਣੇ, 15 ਆ ਜਾਣੇ, 20 ਆ ਜਾਣੇ, 30 ਆ ਜਾਣੇ, 35 ਆ ਜਾਣੇ, ਇਹ ਤੋਂ ਵਧਣੇ ਨਾ, ਕਿਉਂਕਿ ਬਾਕੀ ਮੋਡਿਊਲ ਦੇ ਵਿੱਚ ਮੇਰੇ ਸਕੋਰ ਜਿਹੜੇ ਹੈ ਲਿਸਨਿੰਗ 'ਚ ਵੀ ਵੱਧ ਗਏ ਸੀ, ਅਤੇ ਸਪੀਕਿੰਗ 'ਚ ਵੀ ਵੱਧ ਗਏ ਸੀ, ਅਤੇ ਰਾਈਟਿੰਗ 'ਚ ਵੱਧ ਗਏ ਸੀ, ਬਟ ਰੀਡਿੰਗ 'ਚ ਨਹੀਂ ਵੱਧੇ, ਤਦ ਕਰਕੇ ਮੈਂ ਐਗਜ਼ਾਮ ਨਹੀਂ ਫਿਲ ਕੀਤਾ। 2 ਮਹੀਨੇ ਲਾ ਕੇ ਨਾ ਮੈਂ ਘਰੇ ਬਹਿ ਗਿਆ ਸਾਂ, ਐਗਜ਼ਾਮ ਨਹੀਂ ਫਿਲ ਕੀਤਾ ਮੈਂ ਕਿਹਾ ਮੇਰਾ ਰੀਡਿੰਗ 'ਚ ਸਕੋਰ ਵੱਧਦੇ ਨੇ, ਮੈਂ ਪੈਸੇ ਬਰਬਾਦ ਕਰਨੇ ਆ। ਉਸ ਤੋਂ ਬਾਅਦ ਜਦੋਂ ਮੈਂ ਘਰੇ ਤਿਆਰੀ ਕੀਤੀ ਨਾ, ਅਤੇ ਘਰੇ ਤਿਆਰੀ ਕਰਨ ਤੋਂ ਬਾਅਦ ਮੈਂ ਮਹੀਨਾ 2 ਮਹੀਨੇ ਚੰਗੀ ਤਿਆਰੀ ਕੀਤੀ, ਮਤਲਬ ਜਿਸ ਤਰ੍ਹਾਂ ਘਰੇ ਟਾਈਮ ਮਿਲਦਾ ਸੀ, ਘਰੇ ਵੀ ਇਸ ਤਰ੍ਹਾਂ ਹੋ ਜਾਂਦਾ ਕਿ ਟਾਈਮ ਕੱਢਣਾ ਪੈਂਦਾ ਸੀ, ਥੋੜ੍ਹਾ ਜਿਹਾ ਮਨ ਮਾਰ ਕੇ ਪੜ੍ਹਨਾ ਪੈਂਦਾ ਸੀ, ਅਤੇ ਜ਼ਰੂਰ ਥੋੜ੍ਹੀ ਪ੍ਰੈਕਟਿਸ ਸਾਰੇ ਮੋਡਿਊਲ ਦੀ ਮੈਂ ਮੋਡਿਊਲ ਉਹਨਾਂ ਦੀ ਕੀਤੀ ਜਿਨ੍ਹਾਂ ਦੇ ਜ਼ਿਆਦਾ ਸਕੋਰ ਆਉਣੇ ਸੀ, ਜਿਸ ਤਰ੍ਹਾਂ ਰੀਡ ਅਲਾਊਡ ਦੇ ਰੀਡਿੰਗ ਵਿੱਚ ਸਕੋਰ ਜਾਂਦੇ ਸੀ ਨਾ, ਮੈਂ ਰੀਡ ਅਲਾਊਡ ਜ਼ਿਆਦਾ ਪੜ੍ਹਨਾ ਸ਼ੁਰੂ ਕੀਤੇ। ਮੇਰਾ ਰੀਡ ਅਲਾਊਡ, ਕਿਉਂਕਿ ਰੀਡ ਅਲਾਊਡ ਦੀ ਗੱਲ ਇਹ ਹੈ ਕਿ ਜੇ ਤੁਹਾਡੀ ਪ੍ਰੋਨਾਂਸੀਏਸ਼ਨ ਥੋੜ੍ਹੀ ਜਿਹੀ 'ਚ ਇੰਪਰੂਵ ਹੋਊਗੀ ਨਾ, ਫਿਰ ਹੀ ਤੁਹਾਡੇ ਜਿਹੜਾ ਥੋੜ੍ਹਾ ਜਿਹਾ ਪ੍ਰੋਨਾਂਸੀਏਸ਼ਨ ਜਿਹੜਾ ਕੰਟੈਂਟ ਪਾਰਟ ਹੈ ਨਾ, ਉਹਦੇ ਨੰਬਰ ਰੀਡਿੰਗ ਵਿੱਚ ਜਾਣਗੇ। ਅਤੇ ਜੇ ਫਲੂਐਂਸੀ ਦੇ ਨੰਬਰ ਸਪੀਕਿੰਗ 'ਚ ਰਹਿੰਦੇ, ਉਹਦੇ ਫਲੂਐਂਸੀ ਦੇ ਮਾਰਕਸ ਜਿਹੜੇ ਆ ਨਾ, ਕਿੰਨੇ ਫਲੋ ਵਿੱਚ ਬੋਲਦੇ, ਉਹਦੇ ਮਾਰਕਸ ਰੀਡਿੰਗ ਵਿੱਚ ਨਹੀਂ ਜਾਂਦੇ, ਉਹ ਮੈਂ ਤੁਹਾਨੂੰ ਦੱਸਾਂਗਾ ਸਭ ਕੁਝ, 1 ਬਾਏ 1 ਆਫ ਦਾ ਐਕਸਪੀਰੀਅੰਸ ਜਿਹੜਾ ਡਿਸਕਸ ਕਰਾਂਗੇ ਆਪਾਂ। ਅਤੇ ਚਲੋ ਜੀ, ਇਹ ਲਿਸਨਿੰਗ 'ਚ ਸਕੋਰ ਮੇਰੇ ਮੈਂ ਤੁਹਾਨੂੰ ਦਿਖਾ ਦਿੰਦਾ ਜ਼ੂਮ ਕਰਕੇ। ਲਿਸਨਿੰਗ 'ਚ ਸਕੋਰ ਮੇਰੇ ਜਿਹੜੇ ਹੈਗੇ ਸੀ 57 ਆ ਗਏ ਸੀ, ਰੀਡਿੰਗ ਵਿੱਚ ਹਾਂ 55 ਸਕੋਰ ਆਏ ਸੀ ਮੇਰੇ ਰੀਡਿੰਗ ਵਿੱਚ, ਮੈਨੂੰ ਹੋ ਗਿਆ ਕਿ ਹਾਂ ਮੇਰੇ ਸਕੋਰ ਹੁਣ ਇੰਪਰੂਵ ਹੋ ਗਏ ਆ। ਇਹ ਘਰੇ ਤਿਆਰੀ ਕਰਨਾ ਹੋਏ ਜੀ ਮੇਰੇ ਸਕੋਰ ਜਿਹੜੇ ਨਾ 50, ਕਿਉਂਕਿ ਸੈਂਟਰ ਜਿਹੜਾ ਹੈਗਾ ਨਾ ਰੀਡਿੰਗ 'ਤੇ, ਕਿਉਂਕਿ ਵੱਖਰੀ ਕਲਾਸ ਦਿੰਦੇ ਵੀ ਸੀ, ਪਰ ਇੰਨਾ ਜਿਹੜਾ ਹੈਗਾ ਦਿਮਾਗ ਨਹੀਂ ਸੀ ਪੈਂਦਾ, ਕਿਉਂਕਿ ਫਿਰ ਘਰੇ ਟਾਈਮ ਨਹੀਂ ਸੀ ਪ੍ਰੈਕਟਿਸ ਦਾ ਲੱਗਦਾ, ਜੇ ਮੈਂ ਉੱਥੇ ਪੜ੍ਹਦਾ ਸਾਂ ਫਿਰ ਘਰੇ ਨਹੀਂ ਸੀ ਟਾਈਮ ਲੱਗਦਾ ਪੜ੍ਹਨ ਦਾ, ਇਸ ਕਰਕੇ ਮੈਂ ਕਿਹਾ ਕਿ ਆਪਾਂ ਹੁਣ ਉੱਥੇ ਫੀਸ ਭਰਨੀ, 8000 ਲੈਂਦੇ ਸੀ ਉਹ 1 ਮਹੀਨੇ ਦਾ, ਉਹ ਔਖਾ ਸੀ ਵੀ ਹੁਣ ਮਹੀਨਾ ਤਾਂ ਝੱਟ ਲੰਘ ਜਾਂਦਾ ਸੀ, ਵਿੱਚ ਛੁੱਟੀਆਂ ਆ ਜਾਂਦੀਆਂ ਸੀ, ਅਤੇ ਕੁਝ ਲੋਕਡਾਊਨ ਦੀ ਸਿਚੁਏਸ਼ਨ ਸੀ, ਕਿਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਂਦੀ ਸੀ, ਕਿਤੇ ਵੀ ਹੋਰ ਕੋਈ ਛੁੱਟੀ ਆ ਜਾਂਦੀ, ਅਤੇ ਉਹਦੇ ਕਰਕੇ ਜਿਹੜਾ ਹੈਗਾ ਸੀ ਉਹ ਸੈਂਟਰ ਬੰਦ ਹੋ ਜਾਂਦਾ, ਅਤੇ ਉਹ ਫਿਰ ਫੀਸ ਤਾਂ ਮਹੀਨੇ ਬਾਅਦ ਦੇਣੀ ਪੈਂਦੀ ਸੀ, 8-9 ਹਜ਼ਾਰ ਜਿੰਨਾ ਉਹ ਲੈਂਦੇ ਹੈਗੇ ਸੀ, ਅਤੇ ਉਹਦੇ ਕਰਕੇ ਫਿਰ ਮੈਂ ਘਰੇ ਤਿਆਰੀ ਜਦੋਂ ਕੀਤੀ ਅਤੇ ਮੇਰੇ ਰੀਡਿੰਗ ਦੇ ਸਕੋਰ ਇੰਪਰੂਵ ਹੋਏ। ਮੈਂ ਉਹ ਗ੍ਰਾਮਰ ਰੂਲਸ ਜਿਹੜੇ ਨਾ, ਜਿਸ ਤਰ੍ਹਾਂ ਕਹਿ ਦਿੰਦੇ ਨਾ ਰੀਡਿੰਗ ਵਿੱਚ ਤੁੱਕਾ ਲਾ ਦਿਓ, ਸੈਂਟਰ ਵਾਲੇ ਵੀ ਕਹਿ ਦਿੰਦੇ ਕਿ ਤੁਸੀਂ ਸੈਂਸ ਜੀ ਬਣਾ ਕੇ ਨਾ ਤੁੱਕਾ ਲਗਾ ਦਿਓ ਕਿ ਕਿਹੜਾ ਆਊਗਾ, ਪਰ ਤੁੱਕੇ ਵਾਲਾ ਕੰਮ ਨਹੀਂ ਜਿੰਨਾ ਚੱਲਦਾ, ਮੈਂ ਇਹਦੇ ਵਿੱਚ ਵੇਖ ਲਿਆ ਐਕਸਪੀਰੀਅੰਸ ਮੈਂ ਆਪਦੇ ਨਾਲ, ਕਿ ਤੁੱਕਾ ਇੰਨਾ ਨਹੀਂ ਚੱਲਦਾ। ਤੁੱਕੇ ਨਾਲ ਇੰਨਾ ਕਿ ਤੁਹਾਨੂੰ ਥੋੜ੍ਹਾ ਜਿਹਾ ਗ੍ਰਾਮਰ ਰੂਲ ਚਾਹੀਦੇ ਕਿ ਹਾਂ ਇਸ ਚੀਜ਼ ਤੋਂ ਬਾਅਦ ਇਹ ਲੱਗੇਗਾ, ਦਾ ਤੋਂ ਬਾਅਦ ਕੀ ਆਏਗਾ, ਐਡਜੈਕਟਿਵ ਤੋਂ ਬਾਅਦ ਕੀ ਨਾਊਨ ਆਏਗਾ, ਕੀ ਆਊਗਾ, ਟੂ ਤੋਂ ਬਾਅਦ ਵਰਬ ਆਊਗੀ ਜਾਂ ਕੀ ਆ ਨਾਊਨ ਆਊਗਾ। ਇਹ ਜਿਹੜੇ ਹੈਗੇ ਨਾ ਥੋੜ੍ਹੇ ਜਿਹੇ, ਇਹ ਟਿਪਸ ਜਾਂ ਗ੍ਰਾਮਰ ਰੂਲ ਕਹਿ ਲਓ ਨਾ, ਜਾਂ ਟਿਪਸ ਕਹਿ ਦਿਓ, ਇਹ ਥੋੜ੍ਹੇ ਜਿਹੇ ਹੈਲਪ ਜ਼ਿਆਦਾ ਕਰਦੇ ਆ, ਜਿਹੜੇ ਆਪਾਂ ਸਕੋਰ ਜ਼ਿਆਦਾ ਲਾਣੇ, ਇਹਨੇ ਹੈਲਪ ਕੀਤੀ ਸੀ। ਜਦੋਂ ਮੈਂ ਮੌਕ ਟੈਸਟ ਇਹ ਦਿੱਤਾ ਨਾ ਸੈਕਿੰਡ ਟਾਈਮ ਜਾ ਕੇ ਘਰੇ ਤਿਆਰੀ ਕਰਨ ਤੋਂ ਬਾਅਦ, ਫਿਰ ਉਹ ਦੇਖ ਕੇ ਹੈਰਾਨ ਰਹਿ ਗਏ ਸੀ ਵੀ ਤੂੰ ਘਰੇ ਤਿਆਰੀ ਕੀਤੀ ਹੈ, ਬਹੁਤ ਵਧੀਆ ਘਰੇ ਤਿਆਰੀ ਕੀਤੀ ਹੈ, ਬੜੇ ਸਕੋਰ ਬੜੇ ਵਧੀਆ ਹੋ ਗਏ ਆ। ਸੈਂਟਰ ਵਾਲਿਆਂ ਵੀ ਕਿਹਾ ਜੋ ਟੀਚਰ ਪੜ੍ਹਾਉਂਦੇ ਸੀ ਉੱਥੇ, ਕਿਉਂਕਿ ਪਹਿਲਾਂ ਸਕੋਰ ਨਹੀਂ ਘੱਟ ਆਉਂਦੇ, ਬੜੇ ਘੱਟ ਆਉਂਦੇ ਸੀ, ਉਹ ਕਹਿੰਦੇ ਹੁੰਦੇ ਸੀ ਵੀ ਤੁਹਾਨੂੰ ਰੀਡਿੰਗ ਨਹੀਂ ਕਰਨੀ ਆਉਂਦੀ ਹੈ, ਇਸ ਤਰ੍ਹਾਂ ਬੜਾ ਕੁਛ ਕਹਿੰਦੇ ਸੀ ਕਿ ਨਹੀਂ ਅੱਛਾ ਨਹੀਂ, ਤੁਹਾਨੂੰ ਜਿਹੜਾ ਹੈਗਾ ਸਕੋਰ ਤੁਹਾਡੇ ਇੰਪਰੂਵ ਨਹੀਂ ਹੁੰਦੇ, ਤੁਹਾਡੇ ਕਿਉਂ ਨਹੀਂ ਹੁੰਦੇ ਇੰਪਰੂਵ,
ਬੜਾ ਕੁਛ ਕਹਿੰਦੇ ਸੀ, ਬਟ ਉੱਥੇ ਕੁਛ ਨਹੀਂ ਹੋਈ ਤਿਆਰੀ ਇੰਨੀ ਵੀ। ਜੇ ਆਪਾਂ ਸੈਂਟਰ ਕਹਿ ਦਈਏ ਨਾ, ਸੈਂਟਰ ਰੀਡਿੰਗ ਉਹ ਟਿਪਸ ਟਿਪਸ ਦਿੰਦੇ ਸੀ, ਜ਼ਰੂਰ ਦਿੰਦੇ ਸੀ, ਬਟ ਪਤਾ ਨਹੀਂ ਸੀ ਲੱਗਦਾ, ਅੰਡਰਸਟੈਂਡਿੰਗ ਜੀ ਨਹੀਂ ਹੁੰਦੀ ਸੀ। ਅਤੇ ਘਰੇ ਇੱਦਾਂ ਕਿ ਮੈਂ ਰੀਡਿੰਗ ਦੇ ਰੋਜ਼ ਪੈਸੇਜ 10-12 ਪੈਸੇਜ ਰੋਜ਼ ਕਰਨੇ। ਅਤੇ ਗੱਲ ਦੂਸਰੀ ਰੀਡਿੰਗ 'ਚ ਇੱਕ ਇਹ ਹੋ ਜਾਂਦੀ ਆ ਵੀ ਰੀਡਿੰਗ ਦੇ ਜਿੰਨੇ ਆਪਾਂ ਪੈਸੇਜ ਜਿਹੜੇ ਆ ਘਰੇ ਪ੍ਰੈਕਟਿਸ ਕਰਾਂਗੇ ਨਾ, ਜਿੰਨੇ ਪੈਸੇਜ ਦੀ ਤਿਆਰੀ ਆਪਾਂ ਪ੍ਰੈਕਟਿਸ ਰੋਜ਼-ਰੋਜ਼ ਕਰਾਂਗੇ ਨਾ, ਉਹ ਆਪਾਂ ਨੂੰ ਆਨਸਰ ਪਤਾ ਲੱਗ ਜਾਂਦੇ ਆ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਉਹ ਪੈਸੇਜ ਜਿਹੜਾ ਹੈਗਾ ਰੀਅਲ ਐਗਜ਼ਾਮ ਦੇ ਵਿੱਚ ਰਿਪੀਟ ਹੋ ਜਾਂਦਾ ਵਾ, ਰੀਅਲ ਐਗਜ਼ਾਮ ਦੇ ਵਿੱਚ ਰਿਪੀਟ ਹੋ ਜਾਂਦਾ ਵਾ, ਪਰ ਉਸੇ ਸੈਂਸ ਵਿੱਚ ਨਹੀਂ ਆਉਂਦਾ, ਬਲੈਂਕਸ ਉਹ ਨਹੀਂ ਹੁੰਦੀਆਂ, ਬਟ ਜਿਹੜਾ ਹੈਗਾ ਨਾ ਪੈਸੇਜ ਉਹ ਆ ਜਾਂਦਾ ਰੀਅਲ ਐਗਜ਼ਾਮ ਦੇ ਵਿੱਚ। ਅਤੇ ਬਟ ਬਲੈਂਕਸ ਜਿਹੜੀਆਂ ਚੇਂਜ ਹੋ ਜਾਂਦੀਆਂ ਨਾ, ਜਿਹੜੀਆਂ ਪਹਿਲਾਂ ਬਲੈਂਕਸ ਉਹ ਨਹੀਂ ਹੁੰਦੀਆਂ, ਅਤੇ ਬਟ ਉਹ ਚੇਂਜ ਹੋ ਜਾਂਦਾ ਉਹ ਸਾਰਾ ਪੈਸੇਜ। ਇਸ ਤਰ੍ਹਾਂ ਹੋ ਜਾਂਦਾ ਰੀਡਿੰਗ ਦਾ, ਕਿਉਂਕਿ ਰੀਡਿੰਗ ਤੁਹਾਨੂੰ ਜੇ ਤੁਸੀਂ ਸੈਂਟਰ ਤਿਆਰੀ ਕਰੋਗੇ, ਉਹਨਾਂ ਦੇ ਰੋਜ਼ ਬਸ ਇੱਕ ਦੇ ਦਿੰਦੇ ਹੁੰਦੇ, ਜਿਸ ਤਰ੍ਹਾਂ ਉਹਦੇ ਵਿੱਚ 5-10 ਹੁੰਦੀਆਂ, 5 ਜਿਹੜੀਆਂ ਹੈਗੀਆਂ ਫਿਲ ਇਨ ਬਲੈਂਕਸ ਜਿਹੜੇ ਰੀਡਿੰਗ ਰਾਈਟਿੰਗ ਦੀ ਹੁੰਦੀਆਂ ਹੈ, ਅਤੇ 5 ਜਿਹੜੀਆਂ ਇਕੱਲੀਆਂ ਰੀਡਿੰਗ ਵਾਲੀਆਂ ਬਲੈਂਕਸ ਹੁੰਦੀਆਂ ਨੇ, ਉਹ ਹੁੰਦੀਆਂ ਬਸ 10 ਕੁ ਬਲੈਂਕਸ ਹੁੰਦੀਆਂ। ਰੀਡ ਅਲਾਊਡ 2-3 ਹੁੰਦੇ ਆ, ਜਿਹੜਾ ਰੋਜ਼ ਦਾ ਮਟੀਰੀਅਲ ਦਿੰਦੇ ਆ ਸੈਂਟਰ ਵਾਲੇ। ਅਤੇ ਰਾਈਟਿੰਗ 'ਚ ਸਕੋਰ, ਹੁਣ ਰਾਈਟਿੰਗ ਇੱਦਾਂ ਕਿ ਮੈਂ ਪ੍ਰੈਕਟਿਸ ਕੋਈ ਨਹੀਂ ਕੀਤੀ, ਹੁਣ ਮੈਂ ਰਾਈਟਿੰਗ ਵੀ ਦੱਸਦਾ ਤੁਹਾਨੂੰ, ਕਿਉਂਕਿ ਮੇਰੇ ਤੋਂ ਹੀ ਘਰੇ ਫੋਨ ਆ, ਮੇਰੇ ਤੋਂ ਜਿਹੜਾ PC ਹੈਗਾ ਸੀ ਉਹ ਖ਼ਰਾਬ ਹੈਗਾ ਸੀ, ਬਟ ਉਹਦਾ ਦੂਜਾ ਕਹਿ ਦਿੰਦੇ ਨੇ ਕੀਬੋਰਡ ਹੈਗਾ ਸੀ ਉਹਦਾ PC ਦਾ। ਅਤੇ ਸਾਰੀ ਤਿਆਰੀ ਮੈਂ ਫੋਨ 'ਤੇ ਕੀਤੀ। ਅਤੇ ਹੁਣ ਜਦੋਂ ਗੱਲ ਆਈ ਨਾ ਰਾਈਟਿੰਗ ਦੀ, ਕਿ ਹੁਣ ਮੈਂ ਦੇਖਿਆ ਕਿ ਮੈਂ ਮੌਕ ਟੈਸਟ ਕਿਸੇ ਵੀ, ਚਲੋ ਸੈਂਟਰ ਕੁਛ ਵੀ ਪੈਸਾ ਦੇ ਦਿਓ ਜਾਂ ਕਿਸੇ ਤਰ੍ਹਾਂ ਵੀ ਤੁਸੀਂ ਮੌਕ ਟੈਸਟ ਲਾ ਸਕਦੇ ਜੇ, ਉਹ ਮੈਂ ਮੌਕ ਟੈਸਟ ਲਗਾਇਆ। ਅਤੇ ਪਰ ਰਾਈਟਿੰਗ ਵਾਸਤੇ ਨਾ ਮੈਂ ਘਰੇ ਹੀ ਕੀਬੋਰਡ 'ਤੇ ਦੇਖ ਲਿਆ ਵੀ ਕਿਸ ਤਰ੍ਹਾਂ ਹਾਂ ਟਾਈਪਿੰਗ ਕਰਨੀ ਆ, ਕਿ ਐਨੇ ਵਰਡ ਹੈਗੇ। ਮੇਰੇ ਤੋਂ ਟੈਂਪਲੇਟ ਸੀ ਰੀਡਿੰਗ ਦਾ, ਰਾਈਟਿੰਗ ਦਾ ਵੀ, ਜਿਹੜਾ ਐਸੇ ਦਾ ਨਾ ਟੈਂਪਲੇਟ ਸੀ, ਉਹ ਮੈਂ ਟੈਂਪਲੇਟ ਨੂੰ ਦੇਖਿਆ ਕਿ ਹਾਂ 20 ਮਿੰਟ ਦਾ ਟਾਈਮ ਮਿਲਦਾ, ਮੈਨੂੰ 15 ਮਿੰਟ 'ਚ ਟਾਈਪ ਕਰਨਾ ਘਰੇ ਹੀ। ਮੈਂ ਨਾ ਕੀਬੋਰਡ 'ਤੇ ਹੀ ਉਂਗਲਾਂ ਮਾਰੀ ਜਾਣੀਆਂ, ਕਿਉਂਕਿ PC ਤਾਂ ਹੈ ਨਹੀਂ ਸੀ, ਖ਼ਰਾਬ ਸੀ, ਇਸ ਕਰਕੇ ਮੈਂ ਕੀਬੋਰਡ 'ਤੇ ਦੇਖ ਲੈਣਾ, ਆਪਣੇ ਕੀਬੋਰਡ 'ਤੇ ਇਕੱਲੇ 'ਤੇ ਸਪੀਡ ਵਧਾ ਲਈ ਆਪਦੀ। ਅਤੇ ਇਸੇ ਕਰਕੇ ਮੇਰਾ ਰਾਈਟਿੰਗ ਫਿਰ ਵੀ ਮੇਰਾ ਥੋੜ੍ਹਾ ਜਿਹਾ ਨਾ, ਜਦੋਂ ਮੈਂ ਰੀਅਲ ਗਿਆ ਸਾਂ ਮੌਕ ਟੈਸਟ ਦੇਣ, ਥੋੜ੍ਹਾ ਜਿਹਾ ਮੇਰਾ ਛੁੱਟ ਗਿਆ ਸੀ, ਤਦ ਕਰਕੇ ਮੇਰੇ ਰਾਈਟਿੰਗ 'ਚ ਸਕੋਰ ਘੱਟ ਹੋ ਗਏ ਸੀ। ਸਪੀਕਿੰਗ 'ਚ ਅੱਛੇ ਰਹੇ ਸੀ ਸਕੋਰ। ਪਰ ਇਹ ਹੈਗਾ ਜਿਹੜਾ ਮੌਕ ਟੈਸਟ ਦਿੱਤਾ ਹੈ ਸੈਂਟਰ ਦੇ ਵਿੱਚ, ਇਹ ਉਹ ਮੌਕ ਟੈਸਟ ਹੈਗਾ ਵਾ, ਇਹਦੇ ਵਿੱਚ ਦੇਖ ਲਓ ਵੀ ਗ੍ਰਾਮਰ ਠੀਕ ਗਈ, ਓਵਰ ਫਲੂਐਂਸੀ 71 ਗਈ ਹੈ, ਪ੍ਰੋਨਾਂਸੀਏਸ਼ਨ 71 ਗਈ ਹੈ, ਸਪੈਲਿੰਗ ਮਿਸਟੇਕ ਜ਼ਰੂਰ ਹੋਈ ਹੈ, ਕਿਉਂਕਿ ਮੈंने ਨਾ ਜਿਹੜੇ ਕਹਿ ਦਿੰਦੇ ਨਾ ਪ੍ਰੂਫ ਰੀਡ, ਮੈਂ ਰਾਈਟਿੰਗ ਵਿੱਚ ਪ੍ਰੂਫ ਰੀਡ ਨਹੀਂ ਸੀ ਕੀਤਾ, ਵੋਕੈਬਲਰੀ ਵੀ ਘੱਟ ਰਹੀ ਹੈ, ਰਿਟਨ ਡਿਸਕੋਰਸ ਜਿਹੜਾ ਉਹ ਵੀ ਵਧੀਆ ਰਿਹਾ ਸੀ। ਹੁਣ ਅੱਗੇ ਗੱਲ ਆਉਂਦੀ ਆ ਕਿ ਬਿਫੋਰ ਐਗਜ਼ਾਮ ਬੁਕਿੰਗ, ਹੁਣ ਮੈਂ ਜਦੋਂ ਐਗਜ਼ਾਮ ਬੁੱਕ ਕਰਨਾ ਸੀ ਨਾ, ਮੈਂ 1 ਵੀਕ ਦਾ ਫਿਰ ਪਲਾਨ ਬਣਾਇਆ ਸੀ, ਕਿਉਂਕਿ ਮੈਨੂੰ ਇਹ ਜਿਹੜਾ ਮੌਕ ਟੈਸਟ ਦਿੱਤਾ ਸੀ ਨਾ, ਇਹ ਤੋਂ ਮੈਨੂੰ ਪਤਾ ਲੱਗ ਗਿਆ ਵੀ ਮੈਨੂੰ ਨਾ ਥੋੜ੍ਹੀ ਜਿਹੀ ਪ੍ਰੈਕਟਿਸ ਚਾਹੀਦੀ ਆ, ਉਹ ਚਾਹੀਦੀ ਆਪਾਂ ਨੂੰ ਜਿਹੜਾ ਹੈਗਾ ਵਾ ਟਾਈਪਿੰਗ 'ਤੇ ਥੋੜ੍ਹਾ ਜਿਹਾ, ਕਿਉਂਕਿ ਮੇਰਾ ਛੁੱਟ ਗਿਆ ਟਾਈਪਿੰਗ ਵਿੱਚ ਜਦੋਂ ਮੌਕ ਟੈਸਟ ਦਿੱਤਾ ਸੀ। ਫਿਰ ਮੈਂ ਸੈਂਟਰ ਜੁਆਇਨ ਕੀਤਾ, 1 ਹਫ਼ਤੇ ਵਾਸਤੇ ਮੈਂ ਉਹਨਾਂ ਨੂੰ ਫੀਸ ਦਿੱਤੀ ਜਿੰਨੀ ਉਹਨਾਂ ਦੀ ਬਣਦੀ ਸੀ। ਉਹਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਮੌਕ ਟੈਸਟ ਹੀ ਜ਼ਿਆਦਾ ਦੇਣੇ ਆ, 1-2 ਦਿਨ ਮੈਂ ਪ੍ਰੈਕਟਿਸ ਕੀਤੀ, ਮੌਕ ਟੈਸਟ ਦੇ ਕੇ ਨਾ ਮੈਂ ਫਿਰ ਜਿਹੜਾ ਹੈਗਾ ਵਾ ਪ੍ਰੈਕਟਿਸ ਕਰਨ ਲੱਗ ਪੈਣਾ ਉਹਨਾਂ ਸਾਹ ਦੀ ਟਾਈਪਿੰਗ ਦੀ, 1-2 ਘੰਟੇ ਲਾਉਣੇ, ਫਿਰ ਘਰੇ ਆ ਜਾਣਾ। ਪਰ ਮੈਂ ਉੱਥੇ ਤਿਆਰੀ ਕੋਈ ਨਹੀਂ ਕੀਤਾ, ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਹੋਰ ਕੋਈ ਸਿਲੇਬਸ ਨਹੀਂ ਤੁਹਾਡਾ ਪੜ੍ਹਨਾ, ਜੇ ਤੁਸੀਂ ਆਖੋਗੇ ਸਾਡਾ ਮਟੀਰੀਅਲ ਪੜ੍ਹ ਲਓ, ਮੈਂ ਕਿਹਾ ਨਹੀਂ, ਮੈਂ ਤੁਹਾਡਾ ਮਟੀਰੀਅਲ ਕੋਈ ਨਹੀਂ ਕਰਨਾ। ਜ਼ਿਆਦਾ ਮੈਂ ਤਿਆਰੀ AP ਜੂਨੀ ਤੋਂ ਕੀਤੀ ਸੀ, ਐਪ ਜਿਹੜੀ ਹੈਗੀ ਉਹ ਤੋਂ ਰਿਪੀਟ ਵੀ ਹੁੰਦਾ ਬਹੁਤ ਸਾਰਾ ਸਿਲੇਬਸ, ਤੁਸੀਂ ਉਹ ਤੋਂ ਜਿੰਨੇ ਵੀ ਤਿਆਰੀ ਕਰਨੀ ਉਹ ਤੋਂ ਕਰਿਓ ਬਸ। ਬਾਕੀ ਟਿਪਸ ਜਿਹੜੇ ਤੁਹਾਨੂੰ ਮੈਂ ਸਾਰੇ ਇਸੇ ਜਿਹੜੇ ਹੈਗਾ ਨਾ ਚੈਨਲ 'ਤੇ ਸਾਰੇ ਟਿਪਸ ਦੇਵਾਂਗਾ 1 ਬਾਏ 1। ਇਹ ਪਹਿਲੀ ਵੀਡੀਓ ਆ, ਅਗਲੀ ਵੀਡੀਓ ਆਪਾਂ ਰੀਡ ਅਲਾਊਡ ਤੋਂ ਪਹਿਲੀ ਕਰਾਂਗੇ, ਰੀਡ ਅਲਾਊਡ ਦੇ ਟਿਪਸ ਦਊਂਗਾ। ਅਤੇ ਚਲੋ ਅੱਗੇ ਆਪਾਂ ਡਿਸਕਸ ਕਰਦੇ ਹਾਂ। ਉਸ ਤੋਂ ਬਾਅਦ ਮੈਂ ਨਾ ਸੈਂਟਰ ਜੁਆਇਨ ਕੀਤਾ 1 ਵੀਕ ਜਿਹੜੇ ਵਾਸਤੇ, ਅਤੇ ਮੈਂ ਨਾਲ ਹੀ ਕੀ ਕਰਤਾ, ਜਿਹੜਾ ਐਗਜ਼ਾਮ ਫਿਲ ਕਰਤਾ ਸੀ ਮੇਰਾ 29 ਜਨਵਰੀ ਦਾ ਸੀ, ਐਗਜ਼ਾਮ ਫਿਲ ਕਰਤਾ ਮੈਂ ਨਾਲ ਹੀ। ਅਤੇ ਨਾਲ ਹੀ ਮੈਂ ਜਿਹੜਾ ਹੈਗਾ ਮੌਕ ਟੈਸਟ ਦੇਣੇ ਸ਼ੁਰੂ ਕਰਤੇ, ਤਿਆਰੀ ਮੈਂ ਘਰੇ ਆਣ ਕੇ ਕਰਨੀ, ਐਪ ਤੋਂ ਹੀ ਤਿਆਰੀ ਕਰਨੀ ਬਸ। ਅਤੇ ਬਟ ਉੱਥੇ ਮੈਂ ਮੌਕ ਟੈਸਟ ਦੇਣ ਜਾਣਾ, ਅਤੇ ਇੱਕ ਮੈਂ ਕਰਨਾ ਟਾਈਪਿੰਗ ਕਰਾਉਣੀ ਬਸ, ਇੰਨਾ ਕਰਕੇ ਘਰੇ ਵਾਪਸ ਆ ਜਾਣਾ। ਮੌਕ ਟੈਸਟ ਲੈ, ਪ੍ਰੈਕਟਿਸ ਟਾਈਮ ਇਨਕਰੀਜ਼ ਕੀਤਾ। ਹੁਣ ਮੈਂ ਘਰੇ ਕੀ ਕੀਤਾ, ਜਿਹੜਾ ਮੈਨੂੰ ਪਤਾ ਹੁਣ ਐਗਜ਼ਾਮ ਮੈਂ ਫਿਲ ਕਰਤਾ ਵਾ, ਜਦੋਂ ਵੀ ਐਗਜ਼ਾਮ ਤੁਸੀਂ ਫਿਲ ਕਰ ਦਿਓ ਨਾ, ਉਹ ਤੋਂ 10 ਦਿਨ 15 ਦਿਨ ਜ਼ਿਆਦਾ ਆਪਦਾ ਟਾਈਮ ਇਨਕਰੀਜ਼ ਕਰ ਦਿਓ। 10 ਰੀਡ ਅਲਾਊਡ ਰੋਜ਼ ਦੇ ਕਰੋ, ਰਿਪੀਟ ਸੈਂਟੈਂਸ ਮੈਂ 50 ਕਰਦਾ ਰਿਹਾ ਇੱਕ ਦਿਨ 'ਚ। ਰਾਈਟ ਫਰੋਮ ਡਿਕਟੇਸ਼ਨ, ਇਹ ਵੈਰੀ ਵੈਰੀ ਇੰਪੋਰਟੈਂਟ ਜੇ, ਰਾਈਟ ਫਰੋਮ ਡਿਕਟੇਸ਼ਨ ਲਿਸਨਿੰਗ ਵਿੱਚ ਕਹਿ ਦਈਏ ਨਾ, ਇਹੋ ਹੀ ਆ ਨੰਬਰ 1 'ਤੇ ਜਿਹਦੇ ਜ਼ਿਆਦਾ ਸਕੋਰ ਆਉਂਦੇ ਆ, ਰਾਈਟ ਫਰੋਮ ਡਿਕਟੇਸ਼ਨ। ਅਤੇ ਸਪੀਕਿੰਗ ਦੀ ਗੱਲ ਕਰੀਏ, ਸਪੀਕਿੰਗ ਵਿੱਚ ਰੀਡ ਅਲਾਊਡ ਅਤੇ ਰਿਪੀਟ ਸੈਂਟੈਂਸ ਜ਼ਿਆਦਾ ਇੰਪੋਰਟੈਂਟ, ਇਹੋ ਦੋਵੇਂ ਆ।
ਕਿਉਂਕਿ ਡਿਸਕ੍ਰਾਈਬ ਇਮੇਜ ਉਹਨਾਂ ਘਟਾਤੀ। ਹੁਣ ਪਿੱਛੇ ਜੇ ਦੂਜੀ ਆਈ ਸੀ ਆਪਣੀ ਅਪਡੇਟ ਆਈ ਸੀ, ਉਹ ਵੀ ਮੈਂ ਚੈਨਲ ਤੇ ਦੱਸਿਆ ਹੈਗਾ ਸੀ ਕਿਹੜੀ ਅਪਡੇਟ ਆਈ, ਕੋਈ ਕੀ ਚੇਂਜ ਆਏ ਸੀ। ਪ੍ਰੈਕਟਿਸ ਐਟ ਹੋਮ, ਹਾਂ ਪ੍ਰੈਕਟਿਸ ਮੈਂ ਘਰੇ ਹੀ ਕੀਤੀ ਸੀ, ਉੱਥੇ ਮੈਂ ਕੋਈ ਪ੍ਰੈਕਟਿਸ ਨਹੀਂ ਕੀਤੀ ਵੀ, ਕਿਉਂਕਿ ਸੈਂਟਰ ਵਿੱਚ ਇਹ ਵੀ ਹੋ ਜਾਂਦਾ ਪ੍ਰੈਕਟਿਸ ਕਿੰਨੀ ਕਰਨੀ ਆ, ਥੋੜ੍ਹੀ ਜਿਹੀ ਹੋ ਜਾਂਦਾ ਇੱਧਰ ਉੱਧਰ ਗੱਲਬਾਤ ਕਰਨੀ, ਥੋੜ੍ਹਾ ਜਿਹਾ ਧਿਆਨ ਭਟਕ ਜਾਂਦਾ ਸੀ। ਆਪਾਂ ਕਹਿ ਸਕਦੇ ਵੀ ਜੋ ਨਾਲ ਫਰੈਂਡ ਹੁੰਦੇ ਚਲੋ ਜੀ ਚਾਹ ਪਾਣੀ ਪੀ ਲਈਏ ਤੇ ਰੋਟੀ ਰਾਟੀ ਖਾ ਲਈਏ ਜਾਂ ਧੁੱਪ ਸੇਕ ਲਈਏ, ਉਦੋਂ ਸਿਆਲ ਸੀ ਚਲੋ ਧੁੱਪ ਸੇਕ ਲਈਏ ਘੜੀ ਬਥੇਰਾ ਪੜ੍ਹ ਲਿਆ। ਪਰ ਘਰੇ ਇਹ ਹੁੰਦਾ ਕਿ ਚਲੋ ਤਿਆਰੀ ਕਰੀ ਚੱਲੀਏ, ਇਕੱਲੇ ਹੋਈਦਾ ਫਿਰ ਪੜ੍ਹੀ ਜਾਈਦਾ। ਉਸ ਤੋਂ ਅੱਗੇ ਆ ਜਾਂਦਾ ਜੀ ਐਗਜ਼ਾਮ ਡੇ। ਹੁਣ ਜਿੱਦਣ ਐਗਜ਼ਾਮ ਹੈਗਾ ਸੀ ਉਦੋਂ ਬਿਫੋਰ ਐਗਜ਼ਾਮ ਸਿਚੁਏਸ਼ਨ ਕੀ ਸੀ, ਹੁਣ ਮੈਂ ਪੂਰੀ ਆਪਦੀ ਤਿਆਰੀ ਕੀਤੀ ਹੋਈ ਸੀ, ਠੀਕ ਹੈ ਨਾ। ਜੋ ਟੈਂਪਲੇਟ ਉਹ ਮੈਨੂੰ ਯਾਦ ਹੋ ਗਏ ਸਾਰੇ, ਜਿਸ ਤਰ੍ਹਾਂ ਟੈਂਪਲੇਟ ਸੀ ਨਾ, ਅਤੇ ਉਹ ਯਾਦ ਹੋ ਗਏ ਸਭ ਕੁਝ। ਆਪਦੀ ਤਿਆਰੀ ਕੀਤੀ ਮੈਂ ਜਿਹੜਾ ਹੈਗਾ ਵਾ ਐਗਜ਼ਾਮ ਤੋਂ ਪਹਿਲਾਂ ਪੂਰੀ ਰੀਡ ਅਲਾਊਡ। ਜਿੱਦਣ ਮੇਰਾ ਐਗਜ਼ਾਮ ਸੀ ਨਾ ਉਦੋਂ ਮੈਂ ਸਵੇਰੇ ਕੁਛ ਨਹੀਂ ਪੜ੍ਹਿਆ ਜੀ, ਬਸ ਮੈਂ ਟੈਂਪਲੇਟ ਵੇਖੇ ਜਿਹੜੇ ਮੇਰੇ ਤੋਂ ਟੈਂਪਲੇਟ ਹੈਗੇ ਨਾ, ਰੀਡਿੰਗ ਦੇ ਜਾਂ ਰੀਡਿੰਗ ਦਾ ਨਹੀਂ, ਡਿਸਕ੍ਰਾਈਬ ਇਮੇਜ ਦਾ ਟੈਂਪਲੇਟ, ਰੀਟਨ ਲੈਕਚਰ ਦਾ, ਇੱਕ ਹੋਰ ਹੈਗਾ ਜੇ ਸਪੋਕਨ ਲਿਸਨਿੰਗ ਦੇ ਵਿੱਚ ਹੈਗੀ ਸਮਰਾਈਜ਼ ਸਪੋਕਨ ਟੈਕਸ, ਇਹਨਾਂ ਦੇ ਟੈਂਪਲੇਟ ਜਾਂ ਐਸੇ ਦਾ ਟੈਂਪਲੇਟ, ਇਹ ਸਾਰੇ ਮੈਂ ਨਾ ਇੱਕ ਵਾਰੀ ਦਿਮਾਗ 'ਚੋਂ ਕੱਢ ਲਈ, ਹਾਂ ਵੀ ਕਿਤੇ ਗਲਤੀ ਦੇ ਨਹੀਂ, ਕੋਈ ਸਪੈਲਿੰਗ ਮਿਸਟੇਕ ਕਿਤੇ ਹੋ ਨਾ ਜਾਵੇ, ਉਹ ਸਾਰੇ ਮੈਂ ਪੜ੍ਹ ਲਏ ਸੀ ਇੱਕ ਵਾਰੀ। ਹੋਰ ਮੈਂ ਕੋਈ ਪ੍ਰੈਕਟਿਸ ਨਹੀਂ ਕੀਤੀ ਸਵੇਰ ਟਾਈਮ। ਮੇਰਾ 2 ਵਜੇ ਐਗਜ਼ਾਮ ਸੀ, ਟਾਈਮਿੰਗ ਮੇਰਾ 2 ਤੋਂ 5 ਵਜੇ ਤੱਕ ਐਗਜ਼ਾਮ ਸੀ ਮੇਰਾ, ਰੀਅਲ ਐਗਜ਼ਾਮ ਜਿਹੜਾ ਹੈਗਾ ਸੀ। ਅਤੇ ਲੋਕੇਸ਼ਨ ਹੈਗੀ ਸੀ ਅੰਮ੍ਰਿਤਸਰ, ਅੰਮ੍ਰਿਤਸਰ ਹੈਗੀ ਸੀ ਏਅਰਪੋਰਟ ਜਿਹੜਾ ਹੈਗਾ ਨਾ ਅਜਨਾਲਾ ਰੋਡ, ਏਅਰਪੋਰਟ ਦੇ ਲਾਗੇ ਇੱਕ ਹੋਟਲ ਹੈਗਾ ਵਾ ਰੈਡੀਸਨ ਬਲੂ ਹੋਟਲ, ਉੱਥੇ ਹੈਗਾ ਸੀ ਐਗਜ਼ਾਮ। ਅਤੇ ਬਿਫੋਰ ਐਗਜ਼ਾਮ ਸਿਚੁਏਸ਼ਨ ਕਿਹੋ ਜਿਹੀ ਸੀ, ਜਦੋਂ ਮੇਰਾ ਐਗਜ਼ਾਮ ਹੋਣਾ ਸੀ ਨਾ, ਜਦੋਂ ਮੈਂ ਗਿਆ ਸਾਂ ਮੰਨ ਲਓ ਘਰੋਂ ਤੁਰਨ ਲੱਗਾ ਜਿਸ ਤਰ੍ਹਾਂ ਵੀ ਆ ਐਗਜ਼ਾਮ ਵਾਲੇ ਦਿਨ, ਉਦੋਂ ਮੈਂ ਕੀਤਾ ਆਪਣੇ ਆਪ ਨੂੰ ਪੂਰਾ ਰੱਖਿਆ, ਮੋਟੀਵੇਟ ਰੱਖਿਆ, ਐਕਟਿਵ ਰੱਖਿਆ ਕਿ ਮੈਂ ਤਿਆਰੀ ਕੀਤੀ ਆ, ਪੂਰੀ ਤਿਆਰੀ ਕੀਤੀ ਆ, ਮੈਨੂੰ ਡਰਨ ਦੀ ਕੋਈ ਲੋੜ ਨਹੀਂ, ਜਿਹੜਾ ਹੈਗਾ ਮੈਂ ਸਾਰਾ ਜਿਹੜਾ ਵਧੀਆ ਐਗਜ਼ਾਮ ਕਰਕੇ ਆਊਂਗਾ। ਆਪਣੇ ਆਪ ਨੂੰ ਮੋਟੀਵੇਟ ਜਿਹਾ ਕੀਤਾ ਹੈ ਨਾ, ਅਤੇ ਮੋਟੀਵੇਟ ਵਿੱਚ ਮੈਂ ਕੀਤਾ ਹੈ ਕਿ ਹਾਂ ਮੈਂ ਤਿਆਰੀ ਪੂਰੀ ਕੀਤੀ ਆ, ਅਤੇ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਗੱਲ ਨਹੀਂ, ਪੂਰੀ ਆਪਾਂ ਤਿਆਰੀ ਕੀਤੀ ਆ, ਵਧੀਆ ਆਪਣਾ ਐਗਜ਼ਾਮ ਹੋਊਗਾ। ਪੂਰਾ ਐਕਟਿਵ ਰੱਖਿਆ ਆਪਣੇ ਆਪ ਨੂੰ ਕਿ ਇਹ ਨਹੀਂ ਹੈ ਕਿ ਡਰਨ ਵਾਲੀ ਸਿਚੁਏਸ਼ਨ ਨਹੀਂ ਲਿਆਂਦੀ ਆਪਣੇ ਮਾਇੰਡ ਵਿੱਚ, ਕਿਉਂਕਿ ਜਿੱਦਣ ਵੀ ਐਗਜ਼ਾਮ ਹੈ ਨਾ ਤੁਹਾਡਾ, ਡਰ ਤੇ ਮਨ 'ਚੋਂ ਕੱਢ ਹੀ ਦਿਓ। ਜੇ ਤੁਸੀਂ ਤਿਆਰੀ ਕੀਤੀ ਹੈ ਨਾ, ਡਰ ਵਾਲੀ ਚੀਜ਼ ਨੇੜੇ ਆਉਣ ਹੀ ਨਾ ਦਿਓ। ਬਸ ਇਹੋ ਆਪਣੇ ਮਨ ਨੂੰ ਆਖੋ ਮੈਂ ਤਿਆਰੀ ਕੀਤੀ ਹੈ ਯਾਰ, ਇਹ ਕਿਹੜੀ ਗੱਲ ਹੈ, ਮੈਂ ਐਗਜ਼ਾਮ ਦਊਂਗਾ, ਮੈਂ ਇੰਨਾ ਚਿਰ ਤਿਆਰੀ ਕਰਦਾ ਰਿਹਾ ਵਾਂ। ਆਪਣੇ ਮਨ ਨੂੰ ਕਰੋ ਮੋਟੀਵੇਟ ਕਿ ਮੈਂ ਇੰਨਾ ਚਿਰ ਤਿਆਰੀ ਕਰਦਾ ਰਿਹਾ, ਇਹ ਕਿਹੜੀ ਗੱਲ ਹੈ, ਐਗਜ਼ਾਮ ਆਪਾਂ ਦੇਵਾਂਗੇ, ਅੱਜ ਡਰਨ ਵਾਲੀ ਕਿਹੜੀ ਗੱਲ ਹੈ। ਇਸ ਤਰ੍ਹਾਂ ਆਪਣੇ ਮਨ ਨੂੰ ਮੋਟੀਵੇਟ ਜਿਹਾ ਕਰਦਾ ਰਿਹਾ ਮੈਂ ਵੀ। ਅਤੇ ਚਲੋ ਜੀ ਐਗਜ਼ਾਮ ਗਿਆ, ਪਰ ਉੱਥੇ ਨਾ ਮੈਂ ਇੱਕ ਗੱਲ ਹੋਈ ਕਿ ਮੈਂ ਮਾਸਕ ਨਹੀਂ ਖੜਿਆ, ਫਿਰ ਉੱਥੇ ਮੈਨੂੰ ਹੋਟਲ ਵਿੱਚੋਂ ਮਾਸਕ ਲੈਣਾ ਪਿਆ। ਤੁਸੀਂ ਜ਼ਰੂਰ ਮਾਸਕ ਲੈ ਕੇ ਜਾਇਓ ਆਪਦਾ। ਫਿਰ ਉਹ ਤੁਹਾਡੇ ਤੋਂ ਜਦੋਂ ਸਟਾਰਟਿੰਗ ਵਿੱਚ ਜਿਹੜੀ ਹੈ ਕਰਦੇ ਹੁੰਦੇ ਆ ਇੰਟਰੋਡਕਸ਼ਨ ਦੀ, ਸਟਾਰਟਿੰਗ ਦੇ ਵਿੱਚ ਤੁਹਾਡਾ ਨਾਂ ਨੂੰ ਪੁੱਛਦੇ ਆ, ਡੇਟ ਆਫ ਬਰਥ, ਇਸ ਤਰ੍ਹਾਂ ਦੇ ਕੁਐਸਚਨ ਦੇ ਪੁੱਛਦੇ, ਜਾਂ ਫੋਨ ਨੰਬਰ ਜਿਹੜਾ ਅਟੈਚ ਕੀਤਾ ਜਦੋਂ ਐਗਜ਼ਾਮ ਫਿਲ ਕੀਤਾ, ਉਹ ਸਭ ਕੁਝ। ਅਤੇ ਉਸ ਤੋਂ ਬਾਅਦ ਉਹ ਅੰਦਰ ਕੁਛ ਨਹੀਂ ਜਾਣ ਦਿੰਦੇ ਐਗਜ਼ਾਮ ਹਾਲ ਦੇ ਵਿੱਚ, ਜਿੱਥੇ ਵੀ ਐਗਜ਼ਾਮ ਹੋਣਾ ਨਾ, ਅਤੇ ਅੰਦਰੋਂ ਕੁਛ ਨਹੀਂ ਜਾਣ ਦਿੰਦੇ। ਨਾ ਤੁਹਾਡੇ ਮੇਰੇ ਤੋਂ ਦਾ ਜੋ ਜੈਕਟ ਪਾਈ ਹੋਈ ਉਹ ਵੀ ਲਵਾ ਦਿੱਤੀ ਸੀ, ਜੈਕਟ ਵੀ ਨਹੀਂ ਲਵਾ ਦਿੰਦੇ ਨੇ, ਅਤੇ ਕੋਈ ਵੀ ਮਨੀ ਹੋਵੇ ਜਾਂ ਕੋਈ ਪੈਨ ਪੈਨਸਿਲ ਸਭ ਕੁਝ ਬਾਹਰ ਰਖਵਾ ਦਿੰਦੇ ਨੇ, ਪੋਕਟ ਦੇ ਦਿੰਦੇ, ਉਹ 'ਚ ਪਾ ਦਿਓ ਜੀ ਆਪਦਾ ਸਮਾਨ ਅਤੇ ਬਾਹਰ ਰੱਖ ਜਾਓ, ਅਤੇ ਆਣ ਕੇ ਲੈ ਲਿਓ ਫਿਰ ਉੱਥੇ। ਅਤੇ ਅਗਰ ਸੈਨੀਟਾਈਜ਼ਰ ਜਿਹਾ ਕਰਾਉਂਦੇ ਰਹਿੰਦੇ ਆ, ਅਤੇ ਫਿਰ ਉਸ ਹਿਸਾਬ ਨਾਲ ਫਿਰ ਅੰਦਰ ਚੈਕਿੰਗ ਵੀ ਪੂਰੀ ਕਰਦੇ ਆ, ਇਹ ਨਹੀਂ ਚੈਕਿੰਗ ਨਹੀਂ ਕਰਦੇ, ਪੂਰੀ ਚੈਕਿੰਗ ਕਰਦੇ ਆ, ਫਿਰ ਅੰਦਰ ਭੇਜ ਦਿੰਦੇ ਆ, ਅੰਦਰ ਭੇਜ ਦਿੰਦੇ ਆ। ਹੁਣ ਉੱਥੇ ਕੀ ਕਰਨਾ ਹੁੰਦਾ, ਬਹੁਤ ਸਾਰੇ ਸਟੂਡੈਂਟ ਹੁੰਦੇ ਲੈਬ ਦੇ ਵਿੱਚ, ਬਹੁਤ ਸਾਰੇ 7-8, ਉਦੋਂ ਕੋਵਿਡ ਦੀ ਸਿਚੁਏਸ਼ਨ ਸੀ ਥੋੜ੍ਹੀ ਜਿਹੀ, 7-8 ਮੰਨ ਲਓ ਆਪਾਂ 10 ਕਹਿ ਸਕਦੇ, ਮੰਨ ਲਓ 10 ਕੁ ਜਾਣੇ ਹੈਗੇ ਸੀ। ਕਿ ਹੁਣ ਉੱਥੇ ਜਦੋਂ ਸਟਾਰਟਿੰਗ ਹੋਈ ਨਾ ਸਪੀਕਿੰਗ, ਚਲੋ ਜੀ ਉਦੋਂ ਜ਼ਰੂਰ ਆਪਦਾ ਮਾਈਕ ਪਹਿਲਾਂ ਚੈੱਕ ਕਰ ਲੈਣਾ। ਮੈਂ ਵੀ ਮਾਈਕ 'ਤੇ ਨਾ ਮੈਂ ਉਹਨਾਂ ਨੂੰ ਦੱਸਿਆ ਕਿ ਹਾਂ ਮੇਰਾ ਸੈੱਟ ਨਹੀਂ ਹੋਣ ਦਿਆ ਮਾਈਕ, ਜਿਹੜਾ ਦੂਜਾ ਆਪਾਂ ਕਹਿ ਸਕਦੇ ਹੈੱਡਫੋਨ ਜੇ ਸੈੱਟ ਨਹੀਂ ਹੁੰਦਾ, ਪੂਰਾ ਮਾਈਕ ਦੀ ਚੈੱਕ ਕਰਕੇ ਕਿ ਹਾਂ ਵੀ ਆਵਾਜ਼ ਆਉਂਦੀ ਹੈ, ਰਿਕਾਰਡ ਹੁੰਦੀ ਹੈ, ਅਤੇ ਫਿਰ ਆਪਦੀ ਸਪੀਕਿੰਗ ਸ਼ੁਰੂ ਕਰਿਓ। ਇਹੋ ਮੈਂ ਐਡਵਾਈਸ ਦੇਣਾ ਪਹਿਲਾਂ ਸ਼ੁਰੂ 'ਚ, ਕਿਉਂਕਿ ਕਈ ਕਹਿ ਦਿੰਦੇ ਨੇ ਮੇਰੀ ਸਪੀਕਿੰਗ ਰਿਕਾਰਡ ਨਹੀਂ ਹੋਈ। ਰਿਕਾਰਡ ਹੁੰਦਾ ਇਹੋ ਕਾਰਨ ਕਿ ਤੁਸੀਂ ਜਿਹੜਾ ਹੈਗਾ ਵਾ ਉਹ ਮਾਈਕ ਚੈੱਕ ਨਹੀਂ ਕਰਦੇ ਸਟਾਰਟਿੰਗ ਵਿੱਚ, ਮਾਈਕ ਚੈੱਕ ਕਰਕੇ ਅਤੇ ਉਸ ਤੋਂ ਬਾਅਦ ਮੇਰਾ ਸਪੀਕਿੰਗ ਵਧੀਆ ਗਈ। ਸਪੀਕਿੰਗ ਵਿੱਚ ਇਸ ਤਰ੍ਹਾਂ ਹੋਇਆ ਕਿ ਜੋ ਸ਼ੀਟ ਦਿੰਦੇ ਆ ਅਤੇ ਇੱਕ ਸਕੈਚ ਪੈਨ ਸਕੈਚ ਜਿਹਾ ਦਿੰਦੇ ਆ, ਉਹ ਜਦੋਂ ਰਿਪੀਟ ਸੈਂਟੈਂਸ ਸਕੈਚ ਚੱਲਿਆ ਨਾ, ਮੈਂ ਇੱਕ ਸੁੱਟਤਾ, ਦੂਜਾ ਦੇਖਿਆ ਉਹ ਵੀ ਨਾ ਚੱਲਿਆ, ਉਹਨਾਂ 'ਚ ਰਿਪੀਟ ਸੈਂਟੈਂਸ ਲੰਘਦੇ ਗਏ। ਫਿਰ ਵੀ ਮੈਂ ਨਾ ਜੋ ਮੇਰੇ ਮਾਇੰਡ 'ਚ ਚੇਤਾ ਰਿਹਾ ਉਸ ਤਰ੍ਹਾਂ ਮੈਂ ਬੋਲਦਾ ਰਿਹਾ, ਕਿਉਂਕਿ ਥੋੜ੍ਹੇ ਬਹੁਤੇ ਜੋ ਆਪਾਂ ਨੂੰ ਲਿਖਣਾ ਤਾਂ ਪੈਂਦਾ ਹਿੰਟ ਜਿਹਾ, ਪਹਿਲਾ ਲੈਟਰ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕੋਈ ਰਿਪੀਟ ਸੈਂਟੈਂਸ ਆ, ਉਹਦਾ ਪਹਿਲਾ ਲੈਟਰ ਲਿਖ ਲੈਣਾ, ਹਾਂ ਵੀ ਇਹ ਉਸ ਹਿਸਾਬ ਨਾਲ ਫਿਰ ਬੋਲ ਦੇਣਾ।
ਬਟ ਉਹ ਜਿਹੜਾ ਸਕੈਚ ਨਾ ਚੱਲੇ, ਉਹ ਰਿਪੀਟ ਸੈਂਟੈਂਸ ਫਿਰ ਵੀ ਆਪਣੇ ਹਿਸਾਬ ਨਾਲ ਬੋਲਤੇ। ਇਸ ਤਰ੍ਹਾਂ ਰੀਟੇਲ ਲੈਕਚਰ 'ਚ ਵੀ ਚੰਗੀ ਤਰ੍ਹਾਂ ਸਕੈਚ ਨਾ ਚੱਲਿਆ ਤਾਂ ਕੁਝ ਮੈਨੂੰ ਭੁੱਲ ਗਿਆ ਜੋ ਮੈਂ ਲਿਖਿਆ, ਤੇ ਕੁਝ ਜਿਹੜਾ ਇਸ ਤਰ੍ਹਾਂ ਮੈਂ ਉੱਪਰ ਬੋਲ ਦਿੱਤਾ ਵੀ, ਇਹ ਨਹੀਂ ਕਿ ਮੈਂ ਛੱਡ ਦਿੱਤਾ, ਤੇ ਬੋਲ ਦਿੱਤਾ ਉਹਨੂੰ, ਫਲੋ ਦੇ ਵਿੱਚ ਬੋਲਤਾ। ਪਰ ਉਹਦੇ ਕਰਕੇ ਮੇਰੇ ਸਪੀਕਿੰਗ ਦੇ ਵਿੱਚ ਉਹ ਸਕੋਰ ਚੰਗੇ ਆ ਗਏ। ਸਪੀਕਿੰਗ 'ਚ ਮੇਰੇ ਸਕੋਰ ਚੰਗੇ ਆ ਗਏ। ਹੁਣ ਆਪਾਂ ਸਕੋਰ ਦੀ ਗੱਲ ਕਰਦੇ ਹਾਂ। ਪੀਟੀ ਦੇ ਵਿੱਚ ਸਪੀਕਿੰਗ ਦੇ ਵਿੱਚ ਸਕੋਰ ਚੰਗੇ ਆ ਗਏ, ਮੇਰੇ 70+ ਆ ਗਏ। ਅਤੇ ਰੀਡਿੰਗ ਵੀ ਮੇਰੇ 70+ ਸਕੋਰ ਆਏ। ਰੀਡਿੰਗ ਵੀ ਬੜੀ ਵਧੀਆ ਰਹੀ ਆਪਣੀ। ਅਤੇ 1-2 ਪੈਸੇਜ ਰਿਪੀਟ ਵੀ ਹੋਏ ਸੀ, ਅਤੇ 1-2 ਔਖੇ ਵੀ ਆਏ ਸੀ ਜ਼ਰੂਰ, ਜਿਹੜੇ ਹੈਗੇ ਆਪਾਂ ਕਹਿ ਦਿੰਦੇ ਨਾ ਮੋਡਰੇਟ ਜਿਹੜੇ ਹੈਗੇ ਆ, ਜ਼ਿਆਦਾ ਜਿਹੜੇ ਡਿਫੀਕਲਟ ਜੇ 1-2 ਆਉਂਦਾ। ਰੀਡ ਅਲਾਊਡ ਵੀ 1-2 ਡਿਫੀਕਲਟ ਜ਼ਰੂਰ ਆਉਂਦਾ ਐਗਜ਼ਾਮ ਦੇ ਵਿੱਚ, ਅਤੇ ਰੀਡਿੰਗ ਵਿੱਚ ਵੀ ਬਲੈਂਕਸ 1-2 ਜਿਹੜੀਆਂ ਡਿਫੀਕਲਟ ਜ਼ਰੂਰ ਆਉਂਦੀਆਂ, ਕਈ ਸੌਖੀਆਂ ਵੀ ਹੁੰਦੀਆਂ। ਇਸ ਤਰ੍ਹਾਂ ਲਿਸਨਿੰਗ ਜਿਹੜੀ ਹੈਗੀ ਆ, ਉਸ ਤੋਂ ਬਾਅਦ ਹੋਈ ਮੇਰੀ ਰਾਈਟਿੰਗ। ਸਪੀਕਿੰਗ ਤੋਂ ਬਾਅਦ ਰਾਈਟਿੰਗ ਹੋਈ। ਰਾਈਟਿੰਗ ਵਧੀਆ ਗਈ, ਉਹ ਮੈਂ ਪੂਰੇ ਟਾਈਮ ਵਿੱਚ ਆਪਦਾ ਟਾਈਪ ਕਰ ਲਿਆ, ਬੜਾ ਵਧੀਆ ਰਿਹਾ। ਠੀਕ ਹੈ ਨਾ। ਉਸ ਤੋਂ ਬਾਅਦ ਮੇਰੀ ਰੀਡਿੰਗ ਹੋਈ, ਰੀਡਿੰਗ ਵੀ ਵਧੀਆ ਗਈ। ਉਸ ਤੋਂ ਬਾਅਦ 10 ਮਿੰਟਾਂ ਦੀ ਬ੍ਰੇਕ ਹੈਗੀ ਸੀ, ਮੈਂ ਬ੍ਰੇਕ ਲਈ ਸੀ। ਪਰ ਹੁਣ ਨਹੀਂ ਬ੍ਰੇਕ ਮਿਲਦੀ। ਜਿਹੜਾ ਹੁਣ ਨਵਾਂ ਅਪਡੇਟ ਆਈ ਨਾ, ਮੈਂ ਵੀਡੀਓ ਪਾਈ ਸੀ ਇੱਕ, ਉਹ ਅਪਡੇਟ ਆਈ ਸੀ, ਅਤੇ ਉਹਦੇ ਵਿੱਚ ਹੁਣ ਉਹਨਾਂ ਨੇ ਬ੍ਰੇਕ ਖ਼ਤਮ ਕਰਤੀ ਹੈ। ਪਹਿਲਾਂ 3 ਘੰਟਿਆਂ ਦਾ ਐਗਜ਼ਾਮ ਸੀ ਉਦੋਂ, ਹੁਣ 2 ਘੰਟਿਆਂ ਦਾ ਕਰਤਾ ਉਹਨਾਂ ਨੇ। 3 ਘੰਟਿਆਂ ਦਾ ਐਗਜ਼ਾਮ, ਬ੍ਰੇਕ ਤੋਂ ਬਾਅਦ ਮੇਰੀ ਲਿਸਨਿੰਗ ਸੀ। ਲਿਸਨਿੰਗ ਕਵਰ ਕਰਕੇ ਜਿੰਨੇ ਕਿਉਂਕਿ ਮੈਂ ਹੀ ਬ੍ਰੇਕ ਲਈ, ਬਾਕੀ ਬ੍ਰੇਕ ਕਿਸੇ ਨੇ ਲਈ ਨਹੀਂ। ਮੈਂ ਪਾਣੀ ਪੂਣੀ ਪੀਤਾ, ਚਲੋ ਬੈਗ ਖਲੋ ਕੇ ਉਸ ਤੋਂ ਬਾਅਦ ਸ਼ੁਰੂ ਕੀਤਾ। ਫਿਰ ਸਾਰੇ ਬੱਚੇ ਚਲੇ ਗਏ ਸੀ, ਮੈਂ ਲਾਸਟ 'ਤੇ ਗਿਆ ਸਾਂ ਫਿਰ। ਅਤੇ ਇਸੇ ਤਰ੍ਹਾਂ ਜਿਹੜਾ ਹੈਗਾ 5 ਵਜੇ ਮੇਰਾ ਐਗਜ਼ਾਮ ਖਤਮ ਹੋਇਆ ਸੀ, ਪੂਰੇ 5 ਵਜੇ ਖਤਮ ਹੋ ਗਿਆ ਸੀ ਐਗਜ਼ਾਮ ਮੇਰਾ। ਅਤੇ ਹੁਣ ਜਿਹੜਾ ਹੈਗਾ ਨਾ, ਆਫਟਰ ਐਗਜ਼ਾਮ ਫੀਲਿੰਗ ਕਿਸ ਤਰ੍ਹਾਂ ਦੀ ਸੀ। ਜਦੋਂ ਐਗਜ਼ਾਮ ਦਿੱਤਾ ਤਾਂ ਮੈਨੂੰ ਲੱਗਿਆ ਕਿ ਯਾਰ, ਮੈਨੂੰ ਟੈਨਸ਼ਨ ਹੋਈ ਕਿ ਯਾਰ ਮੇਰੇ ਸਪੀਕਿੰਗ 'ਚ ਆਉਣੀ ਚੰਗੇ ਸਕੋਰ ਆਉਣੇ, ਬਾਕੀ ਸਾਰਾ ਬੜਾ ਵਧੀਆ ਹੋ ਗਿਆ। ਪਰ ਸਪੀਕਿੰਗ 'ਚ ਨਾ ਮੈਨੂੰ, ਪਰ ਮੈਂ ਬੋਲਿਆ ਜ਼ਰੂਰ ਹੀ ਇੰਨਾ ਕਿ ਜਦੋਂ ਵੀ ਸਪੀਕਿੰਗ ਤੁਹਾਡੀ ਹੋਵੇ ਨਾ, ਆਪ ਦਾ ਪੂਰਾ ਜ਼ੋਰ ਲਾ ਕੇ ਉੱਚੀ ਬੋਲੋ ਬਸ। ਇਹ ਨਹੀਂ ਕਿ ਹੌਲੀ ਹੌਲੀ, ਉੱਚੀ ਬੋਲੋ, ਪਰ ਹੌਲੀ ਤੇਜ਼ ਨਹੀਂ ਬੋਲਣਾ। ਬੜੇ ਬੱਚੇ ਮੈਂ ਵੇਖੇ ਸੀ ਉੱਥੇ ਬੜੀ ਤੇਜ਼ ਬੋਲੀ ਜਾਣ, ਕਿਉਂਕਿ ਜਿੰਨਾ ਤੇਜ਼ ਬੋਲੇ ਕੁਛ ਰਿਕਾਰਡ ਨਹੀਂ ਹੋਣਾ। ਗੱਲ ਇਹ ਹੈਗੀ ਕਿ ਰਿਕਾਰਡ ਨਹੀਂ ਉੱਥੇ, ਗੱਲ ਤਾਂ ਰਿਕਾਰਡਿੰਗ ਦੀ ਹੈ ਕਿ ਰਿਕਾਰਡਿੰਗ ਕਿਸ ਤਰ੍ਹਾਂ ਦੀ ਹੋਣੀ। ਜੇ ਉੱਚੀ ਬੋਲੋਗੇ, ਹੌਲੀ ਬੋਲੋਗੇ, ਠੀਕ ਹੈ ਨਾ, ਉਹ ਰਿਕਾਰਡ ਪ੍ਰੋਪਰਲੀ ਹੋਊਗਾ। ਅਤੇ ਇਸ ਕਰਕੇ ਕਈ ਤਾਂ ਬੜਾ ਤੇਜ਼ ਬੋਲਣ ਦਾ ਹੀ, ਫਟਾਫਟ ਬੋਲੀ ਜਾਣ। ਉਦੋਂ ਜਦੋਂ ਸਪੀਕਿੰਗ ਹੁੰਦੀ ਨਾ, ਸਾਰੇ ਰੌਲਾ ਜਿਹਾ ਪੈ ਜਾਂਦਾ, ਜਦੋਂ ਸਾਰੇ ਸਪੀਕਿੰਗ ਸ਼ੁਰੂ ਕਰ ਦਿੰਦੇ। ਪਰ ਤੁਸੀਂ ਇਹ ਨਹੀਂ ਰੌਲਾ ਵੇਖ ਕੇ ਚੁੱਪ ਕਰ ਜਾਣਾ, ਆਪਦਾ ਤੁਸੀਂ ਵੀ ਬੋਲੀ ਜਾਣਾ ਜੋ ਤੁਹਾਡਾ ਰੀਡ ਅਲਾਊਡ ਚੱਲਦਾ ਜਾਂ ਰਿਪੀਟ ਸੈਂਟੈਂਸ ਚੱਲਦਾ। ਅਤੇ ਮੈਨੂੰ ਇਹ ਥੋੜ੍ਹੀ ਜਿਹੀ ਲਾਸਟ ਜਦੋਂ ਮੈਂ ਐਗਜ਼ਾਮ ਕੰਪਲੀਟ ਹੋਏਗਾ, ਮੈਨੂੰ ਥੋੜ੍ਹਾ ਜਿਹਾ ਸਪੀਕਿੰਗ ਦਾ ਆਉਂਦਾ ਸੀ ਯਾਰ, ਮੇਰੀ ਸਪੀਕਿੰਗ ਮਾੜੀ ਹੋ ਗਈ ਹੈ। ਸਪੀਕਿੰਗ ਵਿੱਚ ਪਤਾ ਨਹੀਂ ਸਹੀ ਹੋਣੀ ਕਿ ਚੰਗੇ ਸਕੋਰ ਆਉਣੇ ਕਿ ਨਹੀਂ ਆਉਣੇ, ਕਿਉਂਕਿ ਮੇਰੇ ਰਿਪੀਟ ਸੈਂਟੈਂਸ ਵੀ ਥੋੜ੍ਹਾ ਜਿਹਾ ਸਕੈਚ ਨਹੀਂ ਸੀ ਚੱਲਿਆ ਰਿਪੀਟ ਸੈਂਟੈਂਸ, ਅਤੇ ਰੀਟੇਲ ਲੈਕਚਰ 'ਚ ਮੈਨੂੰ ਉਹਦਾ ਵੀ ਡਰ ਆਉਂਦਾ ਸੀ ਯਾਰ, ਪਤਾ ਨਹੀਂ। ਪਰ ਫਿਰ ਮੈਂ ਬੋਲਿਆ ਜ਼ਰੂਰ ਹੈਗਾ ਸੀ। ਪਰ ਫਿਰ ਅਖੀਰ 'ਤੇ 70+ ਹੀ ਆਏ, ਉਹ 'ਚ ਬੜੇ ਵਧੀਆ ਸਕੋਰ ਆਏ ਸਪੀਕਿੰਗ ਵਿੱਚੋਂ। ਅਤੇ ਬਸ ਮੇਰੇ ਲਿਸਨਿੰਗ 'ਚੋਂ ਘੱਟ ਹੋਏ ਆ 70 ਤੋਂ 70+। ਸਾਰੇ ਬਾਕੀ ਸਾਰੇ ਮੋਡਿਊਲ 'ਚ 70+ ਤੱਕ ਪਹੁੰਚ ਗਏ ਸੀ, ਕਈ 70+। ਅਤੇ ਬਸ ਜਿਹੜਾ ਹੈਗਾ ਨਾ ਰਾਈਟਿੰਗ, ਉਹ 'ਚੋਂ ਇਸ ਕਰਕੇ ਲਿਸਨਿੰਗ ਇਸ ਕਰਕੇ ਘਟੇਗੀ ਮੇਰੇ, ਜਿਹੜਾ ਹੈਗਾ ਵਾ ਰਿਪੀਟ ਸੈਂਟੈਂਸ ਅਤੇ ਰੀਟੇਲ ਲੈਕਚਰ, ਉਹਦੇ ਸਕੋਰ ਜਿਹੜੇ ਆ ਨਾ, ਕੰਟੈਂਟ ਪਾਰਟ, ਉਹ ਜਿਹੜਾ ਲਿਸਨਿੰਗ 'ਚ ਜਾਂਦਾ, ਲਿਸਨਿੰਗ 'ਚ ਨੰਬਰ ਐਡ ਹੁੰਦੇ, ਉਹ ਮੇਰੇ ਥੋੜ੍ਹੇ ਜਿਹੇ ਬੋਲੇ ਤਾਂ ਮੈਂ ਫਲੋ 'ਚ ਹੀ, ਪਰ ਮੇਰਾ ਕੰਟੈਂਟ ਨਹੀਂ ਉਹਨਾਂ ਬਣਿਆ, ਅਤੇ ਇਸ ਕਰਕੇ ਮੇਰੇ ਲਿਸਨਿੰਗ 'ਚੋਂ ਘੱਟ ਹੋਏ, 70+ ਤੋਂ ਘੱਟ ਆਏ ਸੀ ਮੇਰੇ ਲਿਸਨਿੰਗ ਦੇ ਵਿੱਚੋਂ। ਅਤੇ ਰਿਜ਼ਲਟ ਮੇਰਾ ਉਸੇ ਦਿਨ ਆ ਗਿਆ ਸੀ, ਅਜੇ ਮੈਂ ਘਰ ਨਹੀਂ ਸੀ ਪਹੁੰਚਿਆ, ਅਤੇ ਰਿਜ਼ਲਟ ਮੇਰਾ ਘਰ ਵੀ ਆ ਚੁੱਕਾ ਸੀ। ਕਿਉਂਕਿ ਇੱਕ ਫੋਨ ਮੈਂ ਖੜਿਆ ਹੋਇਆ ਸੀ ਨਾਲ, ਫੋਨ ਜ਼ਰੂਰ ਲੈ ਜਾਓ, ਉੱਥੇ ਜਮ੍ਹਾਂ ਹੋ ਜਾਂਦੇ, ਜ਼ਰੂਰ ਪੋਕਟ ਦਿੰਦੇ, ਉਹਦੇ 'ਚ ਪਾ ਕੇ ਆਪਾਂ ਲੌਕ ਲਾ ਕੇ ਉੱਥੇ ਰੱਖ ਸਕਦੇ ਹਾਂ। ਅਤੇ ਜਿਹੜਾ ਹੈਗਾ ਰਿਜ਼ਲਟ ਮੇਰਾ ਘਰ ਆ ਗਿਆ ਸੀ। ਇੱਕ ਫੋਨ ਮੇਰੇ ਕੋਲ ਸੀ, ਇੱਕ ਘਰੇ ਸੀ। ਪਰ ਜਿਹੜੀ ਤੋਂ ਮੈਂ ਬੁੱਕ ਕੀਤਾ ਹੋਇਆ ਸੀ ਨਾ, ਉਹਨੇ ਸਟੇਟਸ ਪਾਇਆ ਹੋਇਆ ਸੀ। ਉਹ ਸਟੇਟਸ ਜਿਹੜਾ ਹੈ ਨਾ ਵਟਸਐਪ, ਜਿਹੜਾ ਮੈਂ ਫੋਨ ਖੜਿਆ ਉਹ 'ਚ ਮੈਨੂੰ ਸ਼ੋ ਹੋ ਗਿਆ, ਮੈਂ ਦੇਖ ਲਿਆ ਉੱਥੇ ਬੱਸ 'ਚ ਹੀ ਦੇਖ ਲਿਆ, ਮੈਂ ਬੱਸ 'ਤੇ ਆ ਰਿਹਾ ਸਾਂ। 8 ਕੁ ਵਜੇ ਮੈਂ ਰਾਤ ਜਿਹੜਾ ਹੈਗਾ ਘਰੇ ਆਇਆ ਸਾਂ, ਅਤੇ ਉਦੋਂ ਜਿਹੜਾ ਮੇਰਾ ਰਿਜ਼ਲਟ ਆ ਵੀ ਚੁੱਕਾ ਸੀ। 5 ਵਜੇ ਮੇਰਾ ਐਗਜ਼ਾਮ ਖਤਮ ਹੋਇਆ, ਅਤੇ 8 ਵਜੇ ਮੇਰਾ ਰਿਜ਼ਲਟ ਆ ਗਿਆ ਸੀ। ਇਹ ਦੇਖ ਲਓ, ਉਸੇ ਦਿਨ ਆ ਗਿਆ। ਵੈਸੇ ਉਹਨਾਂ ਕਿਹਾ ਕਿ 5 ਦਿਨਾਂ ਦੇ ਅੰਦਰ ਅੰਦਰ ਆਉਂਦਾ, ਪਰ ਮੇਰਾ ਉਸੇ ਦਿਨ ਰਿਜ਼ਲਟ ਆ ਗਿਆ ਸੀ। ਅਤੇ ਹੁਣ ਇਸ ਤੋਂ ਅੱਗੇ ਗੱਲ ਆਉਂਦੀ ਹੈ ਕਿ ਹਾਊ ਕੈਨ ਆਈ ਹੈਲਪ ਯੂ, ਮੈਂ ਤੁਹਾਡੀ ਹੈਲਪ ਕਿਸ ਤਰ੍ਹਾਂ ਕਰ ਸਕਦਾ। ਹੁਣ ਮੈਂ ਤੁਹਾਨੂੰ ਸਾਰਾ ਆਪਣਾ ਐਕਸਪੀਰੀਅੰਸ ਦੱਸਿਆ ਵੀ ਕਿਸ ਤਰ੍ਹਾਂ ਮੇਰੇ ਸਕੋਰ ਆਏ, ਕਿਸ ਤਰ੍ਹਾਂ ਮੈਂ ਸਟੱਡੀ ਕਰਨੀ ਸ਼ੁਰੂ ਕੀਤੀ। ਸਟਾਰਟਿੰਗ ਵਿੱਚ ਮੇਰੇ ਸਕੋਰ ਨਹੀਂ ਸੀ ਆਉਂਦੇ, ਫਿਰ ਕਿਸ ਤਰ੍ਹਾਂ ਇੰਪਰੂਵ ਹੋਈ, ਮੈਂ ਘਰੇ ਤਿਆਰੀ ਕੀਤੀ। ਅਤੇ ਹੁਣ ਮੈਂ ਗੱਲ ਇੱਕੋ ਕਹਿਣੀ ਚਾਹੁੰਦਾ ਕਿ ਤੁਸੀਂ ਭਾਵੇਂ ਕੋਈ ਵੀ ਸੈਂਟਰ ਜੁਆਇਨ ਨਾ ਹੀ ਕਰੋ ਨਾ, ਵਿਦਆਊਟ ਕੋਚਿੰਗ, ਘਰੇ ਹੀ ਬਹੁਤ, ਘਰੇ ਸੈਲਫ ਸਟੱਡੀ, ਯੂਟਿਊਬ ਹੈਗੀ, ਯੂਟਿਊਬ ਹੈ, ਗੂਗਲ ਹੈ, ਸਭ ਐਪ ਫੋਨ ਦੇ ਉੱਤੇ ਆ। ਜੇ PC ਹੈਗਾ ਤੁਹਾਡੇ ਤਾਂ ਬਹੁਤ ਵਧੀਆ, ਨਹੀਂ ਤਾਂ ਫੋਨ 'ਤੇ ਹੀ ਤਿਆਰੀ ਕਰ ਸਕਦੇ। ਘਰੇ 2 ਮਹੀਨੇ ਲਾਓ, ਅਤੇ ਬਾਅਦ 'ਚ 1 ਮਹੀਨਾ ਜੇ ਸੈਂਟਰ ਕਿਸੇ ਲਾਉਣਾ ਤਾਂ ਲਗਾ ਲਿਓ, ਨਹੀਂ ਤਾਂ ਸਿੱਧਾ ਕਿ ਸੈਂਟਰ 10 ਦਿਨ ਲਾ ਕੇ
ਮੌਕ ਟੈਸਟ ਦੇ ਕੇ ਨਾ ਉੱਥੇ ਦੱਸ ਦੇਣ ਉਹਨੂੰ ਕਿ ਬਈ ਮੌਕ ਟੈਸਟ ਦੇਣਾ ਸੀ, ਤੇ ਮਟੀਰੀਅਲ ਉਹਨਾਂ ਦਾ ਕੋਈ ਵੀ ਨਾ ਪੜਿਓ, ਆਖਿਓ ਤਿਆਰੀਆਂ ਅਸੀਂ ਘਰੇ ਕਰਦੇ ਬਸ ਮੌਕ ਟੈਸਟ ਦੇਣਾ ਵਾ। ਤੇ ਜਾਂ ਟਾਈਪਿੰਗ ਜ਼ਰੂਰ ਕਰ ਲੈਣੀ ਉੱਥੇ, ਜਿਹੜਾ ਤੁਸੀਂ 1 ਹਫ਼ਤਾ ਲਾਉਣਾ ਹੈਗਾ, ਤੇ ਟੈਸਟ ਭਰ ਦਿਓ, ਕੋਈ ਵੱਡੀ ਪ੍ਰੋਬਲਮ ਨਹੀਂ, ਬਹੁਤ ਸੌਖੀ ਪੀਟੀ ਵਾਲਾ ਕੰਮ। ਸਟਾਰਟਿੰਗ ਵਿੱਚ ਮੈਨੂੰ ਔਖਾ ਲੱਗਾ ਸੀ, ਪਰ ਮੈਂ 1 ਬਾਏ 1 ਸਾਰੀ ਵੀਡੀਓ ਦੇ ਵਿੱਚ, ਇਹ ਪਹਿਲੀ ਵੀਡੀਓ ਮੈਂ ਤੁਹਾਨੂੰ ਡਿਸਕਸ ਜ਼ਰੂਰ ਕਰੂੰਗਾ। ਕਮੈਂਟ ਵੀ ਜ਼ਰੂਰ ਕਰ ਦਿਓ ਜੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਡਾਊਟ ਹੋ, ਕਿਸੇ ਨੇ ਪੁੱਛਣਾ ਹੋਵੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰੇ ਗੋਲਡਨ ਟਿਪਸ ਟੈਕਨੀਕਸ ਜਿਹੜੀਆਂ ਮੈਂ ਵਰਤੀਆਂ, ਜਿਹਦੇ ਨਾਲ ਮੇਰੇ ਸਕੋਰ ਇੰਪਰੂਵ ਹੋਏ ਆ, ਠੀਕ ਹੈ ਨਾ। 70+ ਜਿਹੜੇ ਆਏ ਹੈਗੇ ਨਾ ਮੇਰੇ ਸਾਰੇ ਮੋਡਿਊਲ ਦੇ ਵਿੱਚੋਂ, ਉਹ ਮੈਂ ਡਿਸਕਸ ਕਰੂੰ ਕਿਸ ਤਰ੍ਹਾਂ ਆਏ ਮੇਰੇ। ਜਿਹੜੀਆਂ ਛੋਟੀਆਂ ਛੋਟੀਆਂ ਮਿਸਟੇਕ ਆ ਕਿਹੜੀਆਂ ਜਿਨ੍ਹਾਂ ਨੂੰ ਅਵੋਇਡ ਕਰਨਾ ਚਾਹੀਦਾ, ਉਹ ਕਿਹੜੀਆਂ ਕਿਹੜੀਆਂ ਉਹ ਡਿਸਕਸ ਕਰਾਂਗਾ, ਠੀਕ ਹੈ ਨਾ। ਉਸ ਤੋਂ ਬਾਅਦ ਟੈਂਪਲੇਟ ਤੁਹਾਨੂੰ ਦੱਸਾਂ, ਤੇ ਟੈਂਪਲੇਟ ਜ਼ਰੂਰ ਯੂਜ਼ ਕਰਿਓ, ਕਿਉਂਕਿ ਟੈਂਪਲੇਟ ਯੂਜ਼ ਕਰਨ ਤੋਂ ਬਿਨਾਂ ਜਿਹੜਾ ਨਾ ਕੁਝ ਸੰਭਵ ਨਹੀਂ ਹੈਗਾ। ਉੱਥੇ ਆ ਕੇ ਨਾ ਬਹੁਤ ਸਾਰੇ ਜਿਹੜੇ ਟੈਂਪਲੇਟ ਨਹੀਂ ਨਾ ਯੂਜ਼ ਕਰਦੇ, ਉੱਥੇ ਆ ਕੇ ਮੁੜ ਕੇ ਗੁੰਮ ਹੋ ਜਾਂਦੇ ਜਦੋਂ ਸਪੀਕਿੰਗ ਦੇਣੀ ਹੁੰਦੀ ਹੈ, ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਸ਼ੁਰੂ ਕਰੀਏ। ਟੈਂਪਲੇਟ ਤੁਹਾਡੇ ਕੋਲ ਹੋਊਗਾ ਤੇ ਕੁਝ ਨਾ ਕੁਝ ਸਟਾਰਟਿੰਗ ਬੋਲਣਾ ਸ਼ੁਰੂ ਕਰੋਗੇ। ਅੱਗੇ ਜਾਂਦੇ ਗ੍ਰਾਮਰ ਰੂਲਸ ਰੀਡਿੰਗ ਦੇ ਵਿੱਚ, ਜਿਹਨੇ ਕਹਿੰਦੇ ਕਿ ਰੀਡਿੰਗ ਵਿੱਚ ਸਕੋਰ ਨਹੀਂ ਇੰਪਰੂਵ ਹੁੰਦੇ ਮੇਰੇ, ਜਿਸ ਤਰ੍ਹਾਂ ਮੈਂ ਵੀ ਕਹਿੰਦਾ ਹੋਣਾ ਸ਼ੁਰੂ ਦੇ ਵਿੱਚ ਯਾਰ ਰੀਡਿੰਗ ਨਹੀਂ ਆਉਂਦੀ, ਤੇ ਉਹ ਰੀਡਿੰਗ ਕਿਸ ਤਰ੍ਹਾਂ ਇੰਪਰੂਵ ਕੀਤੀ ਮੈਂ, ਕਿਸ ਤਰ੍ਹਾਂ 70+ ਸਕੋਰ ਲਿਆ ਮੈਂ। ਉਹ ਰੀ ਆਰਡਰ ਪੈਰਾਗ੍ਰਾਫ ਦੇ ਮੇਰੇ ਤੋਂ ਟਿਪਸ ਨੇ, ਤੇ ਜਿਹੜੇ ਹੈਗੇ ਆ ਰੀਡਿੰਗ ਦੇ ਵੀ, ਬਲੈਂਕਸ ਫਿਲ ਇਨ ਬਲੈਂਕਸ ਦੇ ਵੀ ਸਾਰੇ ਟਿਪਸ ਹੈਗੇ, ਮੈਂ ਸ਼ੇਅਰ ਵੀ ਕੀਤੇ ਆ ਜ਼ਰੂਰ। ਇੱਕ ਪਲੇਲਿਸਟ ਵੀ ਬਣਾਈ ਹੈ ਇਸੇ ਚੈਨਲ 'ਤੇ, ਉੱਤੇ 4 ਵੀਡੀਓ ਪਾਈਆਂ ਮੈਂ, ਤੇ ਜੇ ਉਹਨਾਂ 'ਚ ਕੋਈ ਪ੍ਰੋਬਲਮ ਆਉਂਦੀ ਆਪਾਂ ਨਵਾਂ ਵੀਡੀਓ ਵੀ ਆਪਾਂ ਇੱਕ ਸੀਰੀਜ਼ ਸ਼ੁਰੂ ਕਰਾਂਗੇ, ਉਹਦੇ ਵਿੱਚ ਵੀ ਆਪਾਂ ਦੁਬਾਰਾ ਵੀ ਡਿਸਕਸ ਕਰਾਂਗੇ। ਤੇ ਅੱਗੇ ਮੋਸਟ ਇੰਪੋਰਟੈਂਟ ਟਾਸਕ, ਹੁਣ ਮੋਸਟ ਇੰਪੋਰਟੈਂਟ ਕਿਹੜੀਆਂ ਕਿਹੜੀਆਂ ਟਾਸਕ, ਹੁਣ ਮੰਨ ਲਓ ਤੁਸੀਂ ਪੀਟੀ ਜਿਹੜੀ ਹੈਗੀ ਆ ਤਿਆਰੀ ਸ਼ੁਰੂ ਕਰਦੇ ਜੀ, ਜਦ ਕਰ ਰਿਹਾ ਜੇ, ਤੁਹਾਨੂੰ ਸ਼ੁਰੂ ਵਿੱਚ ਕੀ ਕਰਨਾ ਚਾਹੀਦਾ, ਜ਼ਿਆਦਾ ਧਿਆਨ ਦੇਣਾ ਚਾਹੀਦਾ ਰੀਡ ਅਲਾਊਡ ਤੇ ਰਿਪੀਟ ਸੈਂਟੈਂਸ ਤੇ, ਠੀਕ ਹੈ ਨਾ। ਸਪੀਕਿੰਗ ਦੇ ਵਿੱਚ ਪਹਿਲਾਂ ਇਹ 'ਤੇ ਪੂਰਾ ਫੋਕਸ ਕਰੋ, ਜਦੋਂ ਪੂਰੀ ਤੁਹਾਡੀ ਪਕੜ ਇਹਨਾਂ 'ਤੇ ਬਣ ਜਾਏਗੀ, ਤੇ ਫਿਰ ਬਾਕੀ ਸਪੀਕਿੰਗ ਦੇ ਜਿਹੜੇ ਰਹਿੰਦੇ ਨੇ ਪਾਰਟ ਉਹਨਾਂ ਵੱਲ ਧਿਆਨ ਦਿਓ। ਤੇ ਲਿਸਨਿੰਗ ਦੇ ਵਿੱਚ ਰਾਈਟ ਫਰੋਮ ਡਿਕਟੇਸ਼ਨ ਤੇ ਸਮਰਾਈਜ਼ ਸਪੋਕਨ ਟੈਕਸ। ਤੇ ਉਸ ਤੋਂ ਬਾਅਦ ਆ ਜਾਂਦੀ ਆ ਰਾਈਟਿੰਗ, ਭਾਵੇਂ ਹਾਲ ਦੀ ਘੜੀ ਛੱਡ ਹੀ ਦਿਓ। ਰਾਈਟਿੰਗ ਦਾ ਇੰਨਾ ਕਿ ਤੁਸੀਂ ਥੋੜ੍ਹੀ ਥੋੜ੍ਹੀ ਰੋਜ਼ ਦੀ ਨਾ ਜਿਹੜੀ ਆ ਟਾਈਪਿੰਗ ਜਿਹੜੀ ਹੈਗੀ ਆ ਉਹ ਜ਼ਰੂਰ ਕਰਦੇ ਰਹਿਣਾ, ਟਾਈਪਿੰਗ ਸਪੀਡ ਵਧਾਉਣੀ ਆਪਣੀ ਹੌਲੀ ਹੌਲੀ। ਤੇ ਉਸ ਤੋਂ ਬਾਅਦ ਆ ਜਾਂਦੀ ਆ ਰੀਡਿੰਗ ਦੇ ਵਿੱਚ ਤੁਸੀਂ ਕਰੋ ਫਿਲ ਇਨ ਬਲੈਂਕਸ, ਬਸ ਦੋਵੇਂ ਕਰ ਲਓ ਜਾਂ ਇੱਕ ਕਰ ਲਓ, ਜਿਹੜੀਆਂ 2 ਪ੍ਰਕਾਰ ਦੀਆਂ ਨਾ, ਡਰੈਗ ਐਂਡ ਡਰੋਪ ਡਾਊਨ 2 ਤਰ੍ਹਾਂ ਦੀਆਂ, ਕੋਈ ਇੱਕ ਕਰ ਲਓ ਜਿਹੜੀ ਤੁਹਾਨੂੰ ਚੰਗੀ ਲੱਗਦੀ, ਭਾਵੇਂ ਦੋਵੇਂ ਕਰੀ ਜਾਓ, ਦੋਨਾਂ ਦੀ ਪ੍ਰੈਕਟਿਸ ਕਰੀ ਜਾਓ। ਇਹਦੇ ਨਾਲ ਇਹ ਹੋਵੇਗਾ ਥੋੜ੍ਹੀ ਤੁਹਾਡੀ ਗ੍ਰਾਮਰ ਇੰਪਰੂਵ ਹੋਊਗੀ, ਕੋਈ ਵਰਡ ਜਿਹੜਾ ਹੈਗਾ ਉਹ ਕੀ ਲਿਖਿਆ ਉਹਦਾ ਮੀਨਿੰਗ ਪਤਾ ਕਰੋਗੇ, ਵਾਰ-ਵਾਰ ਉਹ ਯੂਜ਼ ਹੁੰਦੇ। ਜਾਂ ਰੀਡਿੰਗ ਦੇ ਵਿੱਚ ਨਾ ਇੱਕ ਹੁੰਦੀ ਨਾ ਆਈਲੈਸ ਦੀ ਰੀਡਿੰਗ ਜਿਹੜੀ ਨਾ ਉਹ 'ਚ ਹਾਈ ਲੈਵਲ ਦੀ ਇੰਗਲਿਸ਼ ਹੁੰਦੀ ਹੈ, ਪਰ ਜਿਹੜਾ ਪੀਟੀ ਦੀ ਰੀਡਿੰਗ ਹੁੰਦੀ ਨਾ ਇਹਦੇ ਵਿੱਚ ਥੋੜ੍ਹੀ ਜਿਹੀ ਹੁੰਦੀ ਹੈ ਸੌਖੇ ਤਰੀਕੇ ਦੀ, ਜਿਸ ਤਰ੍ਹਾਂ ਨਾਵਲ ਨਹੀਂ ਹੁੰਦੇ, ਨਾਵਲ ਦੇ ਵਿੱਚ ਸਿੰਪਲ ਜੀ ਵਰਤੀ ਹੁੰਦੀ ਇੰਗਲਿਸ਼, ਉਸੇ ਤਰ੍ਹਾਂ ਦੀ ਹੁੰਦੀ ਹੈ, ਸੌਖੀ ਵਰਡਿੰਗ ਹੁੰਦੀ, ਵਕੈਬ ਸੌਖੀ ਹੁੰਦੀ ਇਹਦੇ ਵਿੱਚ ਰੀਡਿੰਗ ਦੇ ਵਿੱਚ। ਤੇ ਮੈਂ ਤੁਹਾਡੇ ਨਾਲ 1 ਬਾਏ 1 ਇਹ ਪਹਿਲਾ ਪਾਰਟ ਸੀ। ਹੁਣ ਤੁਸੀਂ ਕੀ ਕਰਨਾ ਸਟਾਰਟਿੰਗ ਵਿੱਚ, ਜਿੰਨਾ ਵੀ ਪੀਟੀਈ ਕਰਨੀ ਆ ਜਾਂ ਪੀਟੀਈ ਕਰ ਰਹੇ ਨੇ, ਤੇ ਤੁਸੀਂ ਕੀ ਕਰਨਾ, ਜਿਹੜੇ ਮੈਂ ਮੋਡਿਊਲ ਦੱਸਿਆ ਇਹਨਾਂ 'ਤੇ ਫੋਕਸ ਕਰਨਾ ਪਹਿਲਾਂ 4-5 ਦਿਨ ਜਿਹੜਾ ਹੈਗਾ ਇਹਨਾਂ ਦੇ ਪੂਰੀ ਪਕੜ ਬਣਾਉਣੀ ਆਪਣੀ। ਮੈਂ ਤੁਹਾਨੂੰ ਟਿਪਸ ਜਿਹੜਾ ਨਾ ਕੱਲ ਜਿਹੜਾ ਮੈਂ ਰੀਡ ਅਲਾਊਡ ਦੇ ਟਿਪਸ ਤੁਹਾਨੂੰ ਜ਼ਰੂਰ ਵੀਡੀਓ ਅਪਲੋਡ ਕਰੂੰਗਾ। ਅੱਜ ਮੈਂ ਆਪਦਾ ਐਕਸਪੀਰੀਅੰਸ ਦੱਸਿਆ ਨਾ ਕਿ ਕਿਸ ਤਰ੍ਹਾਂ ਤੁਸੀਂ ਵੀ ਜਿਹੜੇ ਹੈਗੇ ਰੀਡ ਅਲਾਊਡ ਇੰਪਰੂਵ ਕਰਨਾ। ਫਿਰ ਰਿਪੀਟ ਸੈਂਟੈਂਸ ਦੀ ਗੱਲ ਕਰਾਂਗੇ, ਤੇ ਫਿਰ ਆਪਾਂ ਰਾਈਟ ਫਰੋਮ ਡਿਕਟੇਸ਼ਨ ਦੀ, ਸਮਰਾਈਜ਼ ਸਪੋਕਨ ਟੈਕਸ, ਸਾਰਿਆਂ ਦੇ ਹੌਲੀ ਹੌਲੀ ਟਿਪਸ ਤੁਹਾਨੂੰ ਦੱਸਾਂਗਾ। ਤੇ ਕਿਸ ਤਰ੍ਹਾਂ 70+ ਸਕੋਰ ਤੁਸੀਂ 70+ ਤੋਂ ਵੱਧ ਵੀ ਲੈ ਸਕਦੇ, 90 ਤੱਕ ਵੀ ਪਹੁੰਚ ਸਕਦੇ ਇਹਨਾਂ ਟਿਪਸ ਦੇ ਕਰਕੇ। ਕਿਉਂਕਿ ਮੇਰੀ ਥੋੜ੍ਹੀ ਜਿਹੀ ਪ੍ਰੋਬਲਮ ਇਹ ਹੋਈ ਕਿ ਮੇਰਾ ਸਪੀਕਿੰਗ 'ਚ ਰਿਪੀਟ ਸੈਂਟੈਂਸ, ਦੂਸਰਾ ਆਪਾਂ ਕਹਿ ਸਕਦੇ ਰੀਡ ਅਲਾਊਡ ਦੇ ਪੂਰੇ ਸਕੋਰ ਮੇਰੇ ਜਿਹੜੇ ਰੀਡਿੰਗ 'ਚ ਗਏ ਸੀ, ਜਿਹਦੇ ਕਰਕੇ ਮੇਰੇ ਉੱਚ ਸਕੋਰ ਚੰਗੇ ਆਏ, ਠੀਕ ਹੈ ਨਾ। ਤੁਸੀਂ ਇਹਨਾਂ ਟਿਪਸ ਦੀ ਮਦਦ ਨਾਲ ਹੀ ਜਿਹੜੇ ਚੰਗੇ ਸਕੋਰ ਲੈ ਸਕਦੇ ਜੀ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ। ਜੇ ਵੀਡੀਓ ਚੰਗੀ ਲੱਗੀ, ਐਕਸਪੀਰੀਅੰਸ ਚੰਗਾ ਲੱਗਾ, ਸ਼ੇਅਰ ਕਰਿਓ ਹੋਰਨਾਂ ਦੇ ਨਾਲ ਵੀ ਜਿਹੜੇ ਪੀਟੀ ਕਰ ਰਹੇ, ਜਾਂ ਹੌਸਲਾ ਛੱਡ ਕੇ ਯਾਰ ਪੀਟੀ ਔਖੀ ਆ, ਜਾਂ ਆਈਲੈਸ ਵਾਲੇ ਬੰਨੇ ਚਲ ਗਏ ਆ, ਜਾਂ ਕਹਿੰਦਾ ਕਿ ਪੀਟੀ ਔਖੀ ਆ ਮੈਂ ਨਹੀਂ ਕਰਨੀ। ਇਹ ਜੀ ਕੋਈ ਗੱਲ ਨਹੀਂ ਜੀ, ਪੀਟੀ ਸੌਖੀ ਹੈਗੀ, ਆਈਲੈਸ ਨੂੰ ਸੌਖੀ ਹੈਗੀ। ਮੈਨੂੰ ਬਾਅਦ ਵਿੱਚ ਪਤਾ ਲੱਗਾ ਜਦੋਂ ਮੈਂ ਪੂਰਾ ਸਰਚ ਕਰਕੇ ਦੇਖਿਆ ਕਿ ਹਾਂ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਸਕੋਰ ਲੈਣੇ ਹੈਗੇ, ਮੈਨੂੰ ਬਾਅਦ 'ਚ ਪਤਾ ਲੱਗਾ। ਜਦੋਂ ਮੈਂ ਸੈਂਟਰ ਜਾਣਾ ਸੀ ਨਾ ਉਦੋਂ ਨਹੀਂ ਸੀ ਮੈਨੂੰ ਪਤਾ। ਉਹ ਕਹਿੰਦੇ ਕਿ ਆਹ ਕਰੀ ਜਾਓ, ਸਪੀਕਿੰਗ ਕਰ ਲਓ ਪਹਿਲਾਂ, ਲਿਸਨਿੰਗ ਕਰ ਲਓ, ਰਾਈਟਿੰਗ ਕਰ ਲਓ, ਰੀਡਿੰਗ ਕਰ ਲਓ, ਟਾਈਮ ਹੋ ਗਿਆ ਘਰੇ ਚੱਲ ਜਾਓ, ਫਿਰ ਅਗਲੇ ਦਿਨ ਜਾਣਾ, ਇਸ ਤਰ੍ਹਾਂ ਦਿਨ ਲੰਘਦੇ ਜਾਂਦੇ ਸੀ। ਪਰ ਜਦੋਂ ਮੈਂ ਘਰੇ ਤਿਆਰੀ ਕੀਤੀ, ਜਦੋਂ ਵੇਖੇ ਸਾਰੇ YouTube 'ਤੇ ਦੇਖਿਆ ਕਿ ਟਿਪਸ ਦੇਖੇ ਕਿਸ ਤਰ੍ਹਾਂ ਸਕੋਰ ਲੈਣੇ ਆ ਜਾਂ ਕਿਸ ਤਰ੍ਹਾਂ ਸਕੋਰ ਇੰਪਰੂਵ ਹੋਣਗੇ, ਫਿਰ ਮੈਨੂੰ ਪਤਾ ਲੱਗਾ ਲੈ ਵੀ ਪੀਟੀ ਵਾਲਾ ਕੰਮ ਸੌਖਾ ਹੀ ਆ, ਠੀਕ ਹੈ ਨਾ। ਇੱਥੇ ਥੋੜ੍ਹਾ ਜਿਹਾ ਦਿਮਾਗੀ ਆ ਕੰਮ ਪੀਟੀ ਦੇ ਵਿੱਚ, ਬਸ ਹੋਰ ਕੁਛ ਨਹੀਂ ਹੈਗਾ ਜੀ।
ਜਿਹੜਾ ਦਿਮਾਗ ਨਾਲ ਖੇਡ ਗਿਆ ਉਹਦੇ ਸਕੋਰ ਚੰਗੇ ਆ ਗਏ, ਦੂਸਰਾ ਵੀ ਰਹਿ ਗਿਆ ਜਿਹੜਾ ਸ਼ੁਰੂ 'ਚ ਹੀ ਆਖਦਾ ਕਿ ਨਹੀਂ ਵੀ ਔਖੀ ਹੈ। ਔਖੇ ਵਾਲਾ ਕੁਛ ਨਹੀਂ ਜੇ ਕੰਮ, ਮੈਂ ਤੁਹਾਡੀ ਹਰ ਤਰੀਕੇ ਨਾਲ ਹੈਲਪ ਕਰਾਂਗਾ ਵੀ ਕਿਸ ਤਰ੍ਹਾਂ ਸਕੋਰ ਲੈਣੇ ਤੁਸੀਂ, ਠੀਕ ਹੈ ਨਾ, ਤੁਹਾਨੂੰ ਗਾਈਡ ਕਰਾਂਗਾ ਮੈਂ ਪੂਰਾ, ਠੀਕ ਹੈ ਨਾ। ਜਿੰਨੇ ਵੀ, ਕਿਉਂਕਿ ਬਹੁਤ ਸਾਰੇ ਹੈਗੇ ਨੇ ਜਿਹੜੇ ਆਪਾਂ ਕਹਿ ਸਕਦੇ ਨੇ ਵਿਲਜ ਲੈਵਲ ਤੋਂ ਜਿਹੜੇ ਬਿਲੋਂਗ ਕਰਦੇ ਹੈਗੇ ਆ, ਉਹਨਾਂ ਥੋੜ੍ਹੇ ਜ਼ਿਆਦਾ ਪੀਟੀ ਹੁਣ ਟਰੈਂਡ ਚੱਲਿਆ ਉਹਨਾਂ 'ਚ ਵੀ, ਪਿੰਡਾਂ ਲੈਵਲ 'ਤੇ ਵੀ ਜ਼ਿਆਦਾ ਪਹਿਲਾਂ ਆਈਲੈਸ ਵਾਲੇ ਸੀ, ਅਤੇ ਜਿਨ੍ਹਾਂ ਦੇ ਨਹੀਂ ਆਈਲੈਸ ਵਿੱਚ ਸਕੋਰ ਆਉਂਦੇ ਤੇ ਉਹ ਪੀਟੀ ਕਰ ਸਕਦੇ ਆ। ਅਤੇ ਪੀਟੀ ਦਾ ਇਹ ਆ ਕਿ ਹੁਣ ਹਰੇਕ ਥਾਂ ਜਿਹੜਾ ਕੈਨੇਡਾ ਜਾਂ ਨਿਊਜ਼ੀਲੈਂਡ, ਯੂਕੇ, ਆਸਟ੍ਰੇਲੀਆ ਸਾਰੇ ਅਸੈਪਟ ਕਰਨ ਲੱਗ ਪਈ ਹੈ ਪੀਟੀ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ। ਜੇ ਹੋਰ ਜਾਣਨਾ ਚਾਹੁੰਦੇ ਸੋ ਹੋਰ ਇਨਫੋਰਮੇਸ਼ਨ ਵਾਸਤੇ, ਟਿਪਸ ਜਿਹੜੇ ਹੈਗੇ ਆ ਜਾਂ ਕਿਸ ਤਰ੍ਹਾਂ ਇੰਪਰੂਵ ਕਰਨੀ ਹੈ ਪੀਟੀ ਵਿੱਚ ਚੰਗੇ ਸਕੋਰ ਲੈਣੇ, ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਜੇ, ਠੀਕ ਹੈ। ਜੇ ਮੈਂ ਵੀਡੀਓ ਦੇ ਲਿੰਕ ਪਾ ਦੇਵਾਂਗਾ ਤੁਹਾਨੂੰ ਅੱਗੇ ਜਿਹੜੇ ਤੁਸੀਂ ਦੇਖ ਸਕਦੇ ਜੀ, ਡਿਸਕ੍ਰਿਪਸ਼ਨ ਵਿੱਚ ਮੈਂ ਲਿੰਕ ਪਾ ਦੇਵਾਂਗਾ ਜਿਹੜੇ ਮੈਂ ਵੀਡੀਓ ਪਹਿਲਾਂ ਅਪਲੋਡ ਕੀਤੀਆਂ ਹੋਈਆਂ, ਠੀਕ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ, ਲਾਈਕ ਕਰਨਾ, ਸ਼ੇਅਰ ਜ਼ਰੂਰ ਕਰਨਾ ਵੀ ਜਿਹੜੇ ਪੀਟੀ ਕਰ ਰਹੇ ਆ ਜਾਂ ਜਿਨ੍ਹਾਂ ਨੂੰ ਪੀਟੀ ਵਿੱਚ ਮੁਸ਼ਕਲ ਆਉਂਦੀ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਵੀਡੀਓ। ਸੋ ਥੈਂਕਸ ਫਾਰ ਵਾਚਿੰਗ, ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਬਾਏ ਬਾਏ।